ਭੈਣ ਭਾਈਓ, ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦਾ ਧੰਨਵਾਦ ਹੈ ਅੱਜ ਦੇ ਦਿਨ ਵਾਸਤੇ। ਪਰਮੇਸ਼ਵਰ ਦੇ ਚਰਨਾਂ 'ਚ ਅੱਜ ਦੇ ਦਿਨ ਅਸੀਂ ਜੋ ਸਮਾਂ ਬਿਤਾਉਣ ਜਾ ਰਹੇ ਹਾਂ ਉਸ ਵਾਸਤੇ ਪਰਮੇਸ਼ਵਰ ਦਾ ਧੰਨਵਾਦ ਹੈ। ਪ੍ਰਭੂ ਨੇ ਸਾਨੂੰ ਇੱਕ ਵਾਰੀ ਫੇਰ ਮੌਕਾ ਦਿੱਤਾ ਹੈ ਕਿ ਅਸੀਂ ਪ੍ਰਭੂ ਦੇ ਚਰਨਾਂ 'ਚ ਝੁੱਕ ਕੇ ਪ੍ਰਭੂ ਦੇ ਨਾਂ ਦੀ ਵਡਿਆਈ ਕਰ ਸਕੀਏ, ਪ੍ਰਭੂ ਦੇ ਵਚਨ ਨੂੰ ਸੁਣ ਸਕੀਏ, ਵਿਚਾਰ ਕਰ ਸਕੀਏ। ਔਰ ਉਹੀ ਅਸੀਂ ਇਸ ਸਮੇਂ ਪਰਮੇਸ਼ਵਰ ਦੇ ਚਰਨਾਂ 'ਚ ਬੈਠ ਕੇ ਕਰਾਂਗੇ। ਪਰਮੇਸ਼ਵਰ ਦੇ ਵਚਨ 'ਤੇ ਵਿਚਾਰ ਕਰਾਂਗੇ, ਪ੍ਰਭੂ ਦੇ ਸਾਹਮਣੇ ਹੈ ਨਾ ਆਪਣੇ ਦਿਲਾਂ ਨੂੰ ਅਰਪਣ ਕਰਾਂਗੇ। ਪਰਮੇਸ਼ਵਰ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਪਿਛਲੇ ਦਿਨਾਂ ਦੌਰਾਨ ਸਾਡੀ ਸਾਰਿਆਂ ਦੀ ਬੜੀ ਮਦਦ ਸਹਾਇਤਾ ਕੀਤੀ ਹੈ, ਸਾਨੂੰ ਸੰਭਾਲ ਕੇ ਰੱਖਿਆ, ਆਪਣੀ ਦਇਆ ਕਿਰਪਾ 'ਚ ਬਣਾਈ ਰੱਖਿਆ। ਸੋ ਇਹਨਾਂ ਗੱਲਾਂ ਲਈ ਪਰਮੇਸ਼ਵਰ ਦਾ ਧੰਨਵਾਦ ਹੈ। ਜਦ ਦੁਨੀਆ ਵਿੱਚ ਅਸੀਂ ਵੇਖ ਰਹੇ ਹਾਂ ਕਿ ਮਹਾਂਮਾਰੀ ਲਗਾਤਾਰ ਫੈਲ ਰਹੀ ਹੈ, ਸਾਡੇ ਸ਼ਹਿਰ 'ਚ ਵੀ ਬਹੁਤ ਸਾਰੇ ਮਾਮਲੇ ਵੱਧ ਗਏ ਨੇ, ਪਰ ਫਿਰ ਵੀ ਪਰਮੇਸ਼ਵਰ ਦੀ ਦਇਆ ਜਿਹੜੀ ਹੈ ਉਹ ਸਾਡੇ 'ਤੇ ਬਣੀ ਰਹੀ ਹੈ। ਪਰਮੇਸ਼ਵਰ ਨੇ ਸਾਨੂੰ ਸੰਭਾਲਿਆ, ਆਪਣੇ ਰਹਿਮ ਤਰਸ 'ਚ ਬਣਾਈ ਰੱਖਿਆ। ਇਸ ਵਾਸਤੇ ਪਰਮੇਸ਼ਵਰ ਦਾ ਧੰਨਵਾਦ ਹੈ। ਔਰ ਲੋੜਾਂ ਜ਼ਰੂਰਤਾਂ ਨੂੰ ਪ੍ਰਭੂ ਨੇ ਪੂਰੀਆਂ ਕੀਤਾ, ਕਿਸੇ ਚੀਜ਼ ਦੀ ਥੁੜ ਨਹੀਂ ਆਉਣ ਦਿੱਤੀ। ਪਰਮੇਸ਼ਵਰ ਦਾ ਧੰਨਵਾਦ ਹੈ। ਔਰ ਉਸ ਦੇ ਨਾਲ ਨਾਲ ਡਾਕਟਰਾਂ ਤੋਂ, ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ ਪਰਮੇਸ਼ਵਰ ਨੇ ਬਚਾਈ ਰੱਖਿਆ। ਇਹਨਾਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ। ਕੰਮਕਾਰ 'ਚ ਪਰਮੇਸ਼ਵਰ ਨੇ ਬਰਕਤ ਦਿੱਤੀ ਹੈ, ਹਿੰਮਤ ਦਿੱਤੀ ਹੈ। ਇਹ ਸਾਰੀਆਂ ਪਰਮੇਸ਼ਵਰ ਦੀਆਂ ਬਰਕਤਾਂ ਨੇ। ਪਰਮੇਸ਼ਵਰ ਦਾ ਧੰਨਵਾਦ ਇਹਨਾਂ ਗੱਲਾਂ ਲਈ। ਕੁਝ ਇੱਕ ਗੱਲਾਂ 'ਤੇ ਅਸੀਂ ਪਰਮੇਸ਼ਵਰ ਦੇ ਵਚਨ 'ਚੋਂ ਅੱਜ ਦੇ ਦਿਨ ਅਸੀਂ ਜੋ ਹੈ ਵਿਚਾਰ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ ਔਰ ਫਿਰ ਅਸੀਂ ਪਰਮੇਸ਼ਵਰ ਦੇ ਵਚਨ 'ਤੇ ਵਿਚਾਰ ਕਰਾਂਗੇ। ਆਈਏ ਆਪਣੇ ਸਿਰਾਂ ਝੁਕਾਵਾਂਗੇ ਔਰ ਪਰਮੇਸ਼ਵਰ ਦੇ ਚਰਨਾਂ 'ਚ ਪ੍ਰਾਰਥਨਾ ਕਰਾਂਗੇ। ਪ੍ਰਭੂ ਜੀ, ਆਪ ਦਾ ਧੰਨਵਾਦ ਕਰਦੇ ਹਾਂ ਅੱਜ ਇਸ ਦਿਨ ਵਾਸਤੇ, ਸੁੰਦਰ ਸਮੇਂ ਵਾਸਤੇ ਜੋ ਆਪ ਨੇ ਸਾਨੂੰ ਆਪਣੇ ਚਰਨਾਂ 'ਚ ਬਖਸ਼ਿਆ। ਪਿਆਰੇ ਪਰਮੇਸ਼ਵਰ, ਕੁਝ ਦੇਰ ਜਦ ਪ੍ਰਭੂ ਆਪ ਦੇ ਚਰਨਾਂ 'ਚ ਝੁਕ ਰਹੇ ਹਾਂ, ਸ਼ੁਕਰਗੁਜ਼ਾਰ ਹਾਂ ਕਿ ਪਿਛਲਾ ਸਾਰਾ ਹਫਤਾ ਔਰ ਪਿਛਲਾ ਸਾਰਾ ਸਮਾਂ ਪ੍ਰਭੂ ਆਪ ਨੇ ਸਾਡੇ 'ਤੇ ਆਪਣੀ ਦਇਆ ਨੂੰ ਬਣਾਈ ਰੱਖਿਆ, ਆਪਣੀ ਕਿਰਪਾ ਨੂੰ ਬਣਾਈ ਰੱਖਿਆ। ਆਪ ਦੇ ਵਚਨ 'ਤੇ ਜਦ ਅਸੀਂ ਵਿਚਾਰ ਕਰਨ ਜਾ ਰਹੇ, ਪ੍ਰਭੂ ਸਾਡੀ ਮਦਦ ਸਹਾਇਤਾ ਕਰਨਾ। ਆਪਣੇ ਪਿਛਲੇ ਸਭ ਪਾਪ ਗੁਨਾਹ ਪਿਆਰੇ ਪਰਮੇਸ਼ਵਰ, ਮੈਂ ਔਰ ਪ੍ਰਭੂ ਮੇਰਾ ਹਰੇਕ ਭੈਣ ਭਾਈ ਅਸੀਂ ਸਾਰੇ ਮਿਲ ਕੇ ਵਿਅਕਤੀਗਤ ਤੌਰ 'ਤੇ ਔਰ ਸੰਗਤ ਦੇ ਤੌਰ 'ਤੇ ਆਪ ਦੇ ਚਰਨਾਂ 'ਚ ਰੱਖਦੇ ਹਾਂ। ਆਪ ਸਾਨੂੰ ਮਾफ़ ਕਰ ਦਿਓ, ਆਪਣੇ ਵਾਅਦੇ ਦੇ ਅਨੁਸਾਰ, ਆਪ ਦੇ ਵਚਨ ਦੇ ਅਨੁਸਾਰ, ਆਪਣੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਲਹੂ ਨਾਲ ਧੋ ਕੇ ਸਾਨੂੰ ਸ਼ੁੱਧ ਔਰ ਪਵਿੱਤਰ ਕਰ ਦਿਓ। ਪ੍ਰਭੂ ਬਹੁਤ ਕੁਝ ਪ੍ਰਭੂ ਮਹਾਨ ਪਰਮੇਸ਼ਵਰ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਅਨੁਭਵ ਕਰਦੇ ਹਾਂ। ਪ੍ਰਭੂ ਬੀਤੇ ਸਮੇਂ 'ਚ ਵੀ ਪ੍ਰਭੂ ਜੀ ਮਹਾਨ ਪਰਮੇਸ਼ਵਰ ਕਮੀਆਂ ਕਮਜ਼ੋਰੀਆਂ ਜ਼ਿੰਦਗੀ 'ਚ ਰਹੀਆਂ ਨੇ। ਪਿਆਰੇ ਪ੍ਰਭੂ ਆਪ ਦੀ ਦਇਆ ਮੰਗਦੇ, ਆਪ ਦੀ ਕਿਰਪਾ ਮੰਗਦੇ। ਆਪ ਸਾਡੇ ਧਨਵਾਨ ਪਰਮੇਸ਼ਵਰ ਜੀ, ਦਇਆ ਦੇ ਧਨੀ ਪਰਮੇਸ਼ਵਰ ਜੀ, ਜੋ ਪ੍ਰਭੂ ਜਿਸ ਦੀ ਦਇਆ ਕਦੀ ਖਤਮ ਨਹੀਂ ਹੁੰਦੀ। ਪ੍ਰਭੂ ਆਪ ਸਾਡੀ ਮਦਦ ਸਹਾਇਤਾ ਕਰੋ। ਆਪਣੇ ਪਿਆਰੇ ਬੇਟੇ ਪ੍ਰਭੂ ਯਿਸੂ ਦੇ ਨਾਂ 'ਚ ਪ੍ਰਭੂ ਜੀ ਆਪ ਸਾਨੂੰ ਮੁੜ ਤੋਂ ਆਪਣੇ ਚਰਨਾਂ 'ਚ ਗ੍ਰਹਿਣ ਕਰੋ। ਆਪਣੇ ਆਤਮਾ ਦੀ ਸਹਾਇਤਾ ਬਖਸ਼ੋ ਪ੍ਰਭੂ ਜੀ, ਅਸੀਂ ਆਪ ਦੀ ਆਵਾਜ਼ ਨੂੰ ਸੁਣ ਸਕੀਏ ਔਰ ਖੁਦਾਵੰਦਾ ਮਹਾਨ ਪਰਮੇਸ਼ਵਰ ਆਪ ਦੇ ਵਚਨ 'ਚੋਂ ਕੁਝ ਨਵਾਂ ਸਿੱਖ ਕੇ ਪਿਆਰੇ ਪ੍ਰਭੂ ਜੀ ਅਸੀਂ ਉਸ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲਾਗੂ ਕਰ ਸਕੀਏ, ਤਾਂ ਕਿ ਸਾਡੀ ਜ਼ਿੰਦਗੀ ਬਿਹਤਰ ਹੋਵੇ ਪ੍ਰਭੂ ਜੀ, ਔਰ ਐਸੀ ਹੋਵੇ ਜਿਸ ਤੋਂ ਆਪ ਨੂੰ ਖੁਸ਼ੀ ਹੋਵੇ, ਪ੍ਰਸੰਨਤਾ ਹੋਵੇ। ਸਾਡੇ ਮਨ ਦੀਆਂ ਅੱਖਾਂ ਨੂੰ ਖੋਲ੍ਹ ਦਿਓ ਪਿਆਰੇ ਪ੍ਰਭੂ, ਸਾਡੇ ਸੁਣਨ ਵਾਲੇ ਕੰਨ ਖੋਲ੍ਹ ਦਿਓ ਪਿਆਰੇ ਪਰਮੇਸ਼ਵਰ, ਕਿ ਅਸੀਂ ਆਪ ਦੇ ਵਚਨ ਨੂੰ ਸੁਣੀਏ ਔਰ ਗ੍ਰਹਿਣ ਕਰੀਏ। ਪਿਆਰੇ ਪਰਮੇਸ਼ਵਰ ਆਪ ਸਾਡੀ ਮਦਦ ਸਹਾਇਤਾ ਕਰੋ। ਖੁਦਾਵੰਦਾ ਮੈਂ ਵੀ ਆਪ ਦਾ ਦਾਸ ਆਪਣੇ ਆਪ ਨੂੰ ਆਪ ਦੇ ਅਧੀਨ ਕਰਦਾ ਪ੍ਰਭੂ, ਕਮੀਆਂ ਕਮਜ਼ੋਰੀਆਂ ਨੇ, ਪਰ ਇਹ ਵਚਨ ਆਪ ਦਾ ਹੈ ਪ੍ਰਭੂ ਜੀ, ਅਸੀਂ ਆਪ ਦੇ ਹਾਂ। ਸਾਡੇ ਸਾਰਿਆਂ ਨਾਲ ਆਪ ਦਾ ਆਤਮਾ ਹੀ ਗੱਲਬਾਤ ਕਰੇ। ਜਿੱਥੇ ਜਿੱਥੇ ਵੀ ਅੱਜ ਦੇ ਦਿਨ ਆਪ ਦੇ ਲੋਕ ਇਕੱਠੇ ਨੇ ਪਿਆਰੇ ਪ੍ਰਭੂ ਜੀ, ਆਪ ਆਪਣੇ ਘਰਾਂ 'ਚ ਆਪ ਦੇ ਵਚਨ ਨੂੰ ਸੁਣ ਰਹੇ ਨੇ ਪ੍ਰਭੂ ਜੀ, ਮਹਾਨ ਪਰਮੇਸ਼ਵਰ ਹਰੇਕ ਦੇ ਸਾਥ ਹੋਵੋ ਪਿਆਰੇ, ਹਰੇਕ ਦੀ ਮਦਦ ਸਹਾਇਤਾ ਕਰੋ। ਆਪ ਦੇ ਪਵਿੱਤਰ ਨਾਂ ਦੀ ਵਡਿਆਈ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਪ੍ਰਾਰਥਨਾ ਮੰਗਦੇ ਹਾਂ, ਆਮੀਨ। ਸੋ ਪਰਮੇਸ਼ਵਰ ਦੇ ਵਚਨ 'ਤੇ ਅਸੀਂ ਵਿਚਾਰ ਕਰਾਂਗੇ ਅੱਜ ਦੇ ਦਿਨ। ਔਰ ਜੋ ਵਚਨ ਅਸੀਂ ਅੱਜ ਵੇਖਣ ਜਾ ਰਹੇ ਹਾਂ ਪਰਮੇਸ਼ਵਰ ਦੇ ਵਚਨ 'ਚੋਂ, ਉਹ ਹੈ ਯੂਹੰਨਾ ਦੀ ਇੰਜੀਲ 15 ਅਧਿਆਏ ਔਰ ਉਹਦੀ 1 ਤੋਂ ਲੈ ਕੇ 8 ਆਇਤ। ਯੂਹੰਨਾ ਦੀ ਇੰਜੀਲ ਉਸ ਦਾ 15 ਅਧਿਆਏ ਔਰ 1 ਤੋਂ ਲੈ ਕੇ 8 ਆਇਤ। ਪਹਿਲਾਂ ਵੀ ਅਸੀਂ ਇਸ ਵਚਨ 'ਤੇ ਕਈ ਵਾਰ ਵਿਚਾਰ ਕਰ ਚੁੱਕੇ ਹਾਂ, ਪਰ ਇੱਕ ਵਾਰੀ ਫਿਰ ਅਸੀਂ ਨਵੇਂ ਸਿਰੇ ਤੋਂ ਪਰਮੇਸ਼ਵਰ ਦੇ ਵਚਨ 'ਚੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਜਗ੍ਹਾ 'ਤੇ ਲਿਖਿਆ ਯੂਹੰਨਾ ਦੀ ਇੰਜੀਲ 15 ਅਧਿਆਏ ਔਰ ਉਹਦੀ 1 ਤੋਂ ਲੈ ਕੇ 8 ਆਇਤ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ, ਯਿਸੂ ਮਸੀਹ ਇਸ ਜਗ੍ਹਾ 'ਤੇ ਗੱਲ ਕਰਨ ਨੂੰ ਕਹਿੰਦੇ ਨੇ, ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ। ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਔਰ ਫਲ ਨਹੀਂ ਦਿੰਦੀ, ਉਹ ਉਸ ਨੂੰ ਲਾਹ ਸੁੱਟਦਾ ਹੈ, ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ, ਤਾਂ ਜੋ ਹੋਰ ਵੀ ਫਲ ਦੇਵੇ। ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ, ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸਕਦੇ। ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ, ਸੋਈ ਬਹੁਤਾ ਫਲ ਦਿੰਦਾ ਹੈ, ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ,
ਔਰ ਲੋਕ ਉਸ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਝੋਕਦੇ ਹਨ ਅਤੇ ਉਹ ਸਾੜੀਆਂ ਜਾਂਦੀਆਂ ਹਨ। ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਔਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ। ਸੋ ਪਰਮੇਸ਼ਵਰ ਦਾ ਧੰਨਵਾਦ ਹੈ, ਪ੍ਰਭੂ ਆਪਣੇ ਵਚਨ 'ਤੇ ਬਰਕਤ ਦੇਵੇ। ਪਰਮੇਸ਼ਵਰ ਦੇ ਵਚਨ 'ਚੋਂ ਜਿਸ ਗੱਲ 'ਤੇ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਮੈਂ ਸਮਝਦਾ ਸਮਝਣੀ ਬਹੁਤ ਔਖੀ ਨਹੀਂ ਹੈ। ਅਸੀਂ ਇਸ ਵਚਨ 'ਤੇ ਪਹਿਲਾਂ ਵਿਚਾਰ ਕੀਤਾ ਹੈ। ਦੇਖੀਏ, ਅਸੀਂ ਜ਼ਿੰਦਗੀ 'ਚ ਜਿੰਨੀ ਵੀ ਮਿਹਨਤ ਕਰਦੇ ਹਾਂ, ਕੁਝ ਵੀ ਕਰਦੇ ਹਾਂ, ਜੋ ਵੀ ਯੋਜਨਾਵਾਂ ਬਣਾਉਂਦੇ ਹਾਂ, ਆਉਣ ਵਾਲੇ ਸਮੇਂ ਬਾਰੇ ਸੋਚਦੇ ਹਾਂ, ਆਪਣੇ ਬੱਚਿਆਂ ਬਾਰੇ ਸੋਚਦੇ ਹਾਂ, ਖਾਸ ਕਰਕੇ ਜਿਹੜੇ ਅਸੀਂ ਵਿਸ਼ਵਾਸੀ ਹਾਂ, ਜਿਹੜੇ ਪ੍ਰਭੂ ਉੱਤੇ ਵਿਸ਼ਵਾਸ ਕਰਦੇ ਹਾਂ ਔਰ ਮਿਹਨਤ ਕਰਦੇ ਹਾਂ, ਅਸੀਂ ਹੈ ਨਾ, ਸਾਡੇ ਕਈ ਭੈਣ ਭਾਈ ਨੇ ਜਿਹੜੇ ਬਾਹਰ ਜਾ ਕੇ ਕੰਮ ਕਰਦੇ ਨੇ, ਆਪਣੇ ਪਰਿਵਾਰ ਤੋਂ ਬੱਚਿਆਂ ਤੋਂ ਦੂਰ ਜਾ ਕੇ ਕੰਮ ਕਰਦੇ ਨੇ, ਕਈ ਦੂਸਰੇ ਸ਼ਹਿਰਾਂ 'ਚ ਜਾ ਕੇ ਕੰਮ ਕਰਦੇ ਨੇ, ਆਪਣੇ ਪਰਿਵਾਰ ਤੋਂ ਬੱਚਿਆਂ ਤੋਂ ਦੂਰ ਰਹਿੰਦੇ ਨੇ। ਉਹ ਸਾਰਾ ਕੁਝ ਜੋ ਹੈ, ਉਹ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਚ ਤਰੱਕੀ ਕਰੀਏ, ਅੱਗੇ ਵਧੀਏ, ਪੈਸਾ ਕਮਾਈਏ, ਹੈ ਨਾ, ਸਮਾਜ ਵਿੱਚ ਅਸੀਂ ਕੀ ਉੱਚੇ ਉੱਠ ਸਕੀਏ। ਔਰ ਜਦੋਂ ਅਸੀਂ ਇਹਨਾਂ ਗੱਲਾਂ 'ਤੇ ਵਿਚਾਰ ਕਰਦੇ ਕਿ ਵਿਸ਼ਵਾਸੀ ਹੋਣ ਦੇ ਨਾਤੇ, ਅਤੇ ਪਰਮੇਸ਼ਵਰ ਦਾ ਵਚਨ ਸਾਫ਼ ਸਪਸ਼ਟ ਕਹਿੰਦਾ, ਜੋ ਅਸੀਂ ਇਸ ਜਗ੍ਹਾ 'ਤੇ ਵਿਚਾਰ ਕਰ ਰਹੇ ਹਾਂ, ਪ੍ਰਭੂ ਕਹਿੰਦਾ ਹੈ ਕਿ ਮੈਥੋਂ ਵੱਖਰੇ ਹੋ ਕੇ, ਮੈਥੋਂ ਅਲੱਗ ਹੋ ਕੇ ਕੋਈ ਸਫਲਤਾ ਜਾਂ ਕੋਈ ਤਰੱਕੀ ਨਹੀਂ ਮਿਲ ਸਕਦੀ। ਹੈ ਨਾ, ਇਸ ਜਗ੍ਹਾ 'ਤੇ ਜੇ ਅਸੀਂ ਵਿਚਾਰ ਕਰੀਏ, ਹੈ ਨਾ, ਇੱਥੇ ਆਤਮਿਕ ਫਲ ਦੀ ਵੀ ਗੱਲ ਕੀਤੀ ਗਈ ਔਰ ਉਹਦੇ ਨਾਲ ਨਾਲ ਸਰੀਰਕ ਫਲ ਦੀ ਵੀ ਗੱਲ ਹੈ। ਸੋ ਪਰਮੇਸ਼ਵਰ ਦੇ ਨਾਲ ਜੁੜੇ ਰਹਿ ਕੇ, ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜੇ ਰਹਿ ਕੇ ਹੀ ਅਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦੇ ਹਾਂ, ਅੱਗੇ ਵੱਧ ਸਕਦੇ ਹਾਂ। ਜੇ ਅਸੀਂ ਆਪਣੀ ਸਮਝ ਦਾ ਸਹਾਰਾ ਲੈਂਦੇ ਹਾਂ ਔਰ ਸੋਚਦੇ ਹਾਂ ਕਿ ਅਸੀਂ ਆਪਣੀ ਮਿਹਨਤ ਨਾਲ ਅੱਗੇ ਵੱਧ ਜਾਵਾਂਗੇ, ਹੈ ਨਾ, ਔਰ ਅਸੀਂ ਆਪਣੇ ਮਿਹਨਤ ਦੇ ਨਾਲ ਤਰੱਕੀ ਕਰ ਲਾਂਗੇ, ਮਿਹਨਤ ਨਾਲ ਅਸੀਂ ਵੱਡੇ ਵੱਡੇ ਘਰ ਬਣਾ ਲਾਂਗੇ, ਹੈ ਨਾ, ਜਾਂ ਅਸੀਂ ਝੂਠ ਨਾਲ ਆਪਣੀ ਤਰੱਕੀ ਕਰ ਲਾਂਗੇ, ਹੈ ਨਾ, ਹੇਰਾਫੇਰੀ ਨਾਲ ਆਪਣੀ ਤਰੱਕੀ ਕਰ ਲਾਂਗੇ। ਬਿਨਾਂ ਸ਼ੱਕ ਕਰ ਲਓਗੇ, ਕੋਈ ਗੱਲ ਨਹੀਂ, ਲੋਕ ਕਰਦੇ ਆ ਹੇਰਾਫੇਰੀਆਂ ਕਰਕੇ, ਹੈ ਨਾ, ਬਹੁਤ ਕੁਝ ਕਰਕੇ ਲੋਕ ਤਰੱਕੀ ਕਰਦੇ ਨੇ। ਪਰ ਪਰਮੇਸ਼ਵਰ ਆਪਣੇ ਵਚਨ ਦੇ ਵਿੱਚ ਸਾਫ਼ ਸਪਸ਼ਟ ਕਹਿੰਦਾ ਕਿ ਜਿਹੜੇ ਦੁਸ਼ਟ ਦਾ ਧਨ ਹੈ, ਦੁਸ਼ਟ ਜਿਹੜਾ ਧਨ ਕਮਾਉਂਦਾ ਹੇਰਾਫੇਰੀ ਨਾਲ, ਬੇਈਮਾਨੀ ਨਾਲ, ਉਹ ਜਾਣ ਲੱਗਾ ਧਰਮੀਆਂ ਲਈ ਛੱਡ ਜਾਂਦਾ ਹੈ, ਕਹਾਵਤਾਂ ਦੀ ਕਿਤਾਬ ਦੇ ਵਿੱਚ ਲਿਖਿਆ। ਸੋ ਕਹਿਣ ਦਾ ਮਤਲਬ ਕੀ ਹੈ ਕਿ ਇਮਾਨਦਾਰੀ ਨਾਲ, ਮਿਹਨਤ ਨਾਲ ਔਰ ਪਰਮੇਸ਼ਵਰ ਦੇ ਨਾਲ ਜੁੜੇ ਰਹਿ ਕੇ ਜਦੋਂ ਅਸੀਂ ਹੈ ਨਾ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ, ਅਤੇ ਉਹਦੇ ਵਿੱਚ ਸਾਡੇ ਲਈ ਬਰਕਤ ਹੈ। ਸੋ ਸਾਡੀ ਸਫਲਤਾ, ਸਾਡੀ ਜ਼ਿੰਦਗੀ 'ਚ ਬਰਕਤਾਂ, ਪਰਮੇਸ਼ਵਰ ਨੇ ਸਾਨੂੰ ਕੀ ਦੇਣਾ, ਨਹੀਂ ਦੇਣਾ, ਉਹ ਸਾਰਾ ਇਸ ਗੱਲ 'ਤੇ ਆਧਾਰਿਤ ਹੈ ਕਿ ਅਸੀਂ ਪ੍ਰਭੂ ਦੇ ਨਾਲ ਜੁੜੇ ਹਾਂ ਕਿ ਨਹੀਂ ਜੁੜੇ ਹਾਂ। ਕੰਮ ਤੁਸੀਂ ਪਹਿਲਾਂ ਵੀ ਕਰਦੇ ਸੀ, ਪ੍ਰਭੂ ਨੂੰ ਮੰਨਣ ਤੋਂ ਬਾਅਦ ਵੀ ਕਰਦੇ ਜੇ, ਔਰ ਪ੍ਰਭੂ ਨੂੰ ਜਿਹੜੇ ਲੋਕ ਨਹੀਂ ਮੰਨਦੇ, ਜਾਂ ਜੇ ਅਸੀਂ ਅੱਜ ਮੰਨਣਾ ਛੱਡ ਦੀ, ਕੰਮ ਅਸੀਂ ਫੇਰ ਵੀ ਕਰਨਾ। ਪਰ ਸਾਡੀ ਤਰੱਕੀ, ਹਮੇਸ਼ਾ ਇਸ ਗੱਲ ਦਾ ਚੇਤਾ ਰੱਖਣਾ ਚਾਹੀਦਾ ਹੈ ਕਿ ਸਾਡੀ ਤਰੱਕੀ ਉਦੋਂ ਹੀ ਹੈ, ਉਹ ਪੈਸਾ ਸਾਡੇ ਲਈ ਉਦੋਂ ਹੀ ਸਫਲਤਾ ਸਾਨੂੰ ਦੇਵੇਗਾ, ਸਾਡੇ ਕੰਮ ਆਏਗਾ, ਜਦੋਂ ਅਸੀਂ ਉਸ ਅੰਗੂਰ ਦੀ ਬੇਲ ਦੇ ਨਾਲ ਜੁੜੇ, ਯਿਸੂ ਮਸੀਹ ਦੇ ਨਾਲ ਜੁੜੇ। ਸੋ ਇਸ ਜਗ੍ਹਾ 'ਤੇ ਪ੍ਰਭੂ ਕੀ ਕਹਿੰਦਾ, ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਕੀ ਹੈ, ਬਾਗਵਾਨ ਹੈ ਨਾ। ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਆਪਣੇ ਪਿਤਾ ਨੂੰ ਕੀ ਕਹਿੰਦਾ, ਮਾਲੀ। ਔਰ ਮਾਲੀ ਦਾ ਕੀ ਕੰਮ ਹੈ ਕਿ ਦਰਖਤਾਂ ਨੂੰ ਪਛਾਣਨਾ, ਟਹਿਣੀਆਂ ਨੂੰ ਪਛਾਣਨਾ, ਹੈ ਨਾ, ਰੁੱਖ ਦੇ ਵਿਕਾਸ ਦਾ ਧਿਆਨ ਰੱਖਣਾ ਵੀ ਉਹ ਵੱਧ ਰਿਹਾ ਕਿ ਨਹੀਂ ਵੱਧ ਰਿਹਾ, ਔਰ ਜੇ ਨਹੀਂ ਵੱਧ ਰਿਹਾ ਤਾਂ ਕਿਉਂ ਨਹੀਂ ਵੱਧ ਰਿਹਾ, ਜੇ ਉਹਦੇ 'ਤੇ ਫਲ ਨਹੀਂ ਲੱਗ ਰਿਹਾ ਤਾਂ ਕਿਉਂ ਨਹੀਂ ਲੱਗ ਰਿਹਾ। ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣ ਦਾ ਕੰਮ ਹੈ, ਉਹ ਮਾਲੀ ਦਾ ਹੈ। ਸੋ ਮਤਲਬ ਕੀ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਮੰਨਿਆ ਤਾਂ ਅਸੀਂ ਕੀ ਹੈ, ਉਹ ਬੇਲ ਹੈ ਅਤੇ ਅਸੀਂ ਟਹਿਣੀ ਹੈ। ਹੁਣ ਪਰਮੇਸ਼ਵਰ ਸਾਡੀਆਂ ਜ਼ਿੰਦਗੀਆਂ 'ਤੇ ਧਿਆਨ ਰੱਖਦਾ ਕਿ ਇਹਦੀ ਜ਼ਿੰਦਗੀ ਕੈਸੀ ਹੈ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਫਲ ਹੈ ਆ ਕਿ ਨਹੀਂ ਹੈ, ਕਿ ਜਾਂ ਵੈਸੇ ਹੀ ਅੰਗੂਰ ਦੀ ਬੇਲ ਦੇ ਨਾਲ ਜੁੜਿਆ, ਨਾ ਇਹਨੂੰ ਫਲ ਕਦੇ ਲੱਗਣਾ ਅਤੇ ਨਾ ਪਹਿਲਾਂ ਲੱਗਾ। ਇਹਦਾ ਰਵੱਈਆ ਇਸ ਤਰ੍ਹਾਂ ਦਾ ਕਿ ਸਿਰਫ ਲਮਕਿਆ ਹੈ, ਇਹ ਅੱਜ ਵੀ ਡਿੱਗਾ, ਕੱਲ੍ਹ ਵੀ ਡਿੱਗਾ। ਅਤੇ ਫਿਰ ਕੀ ਹੁੰਦਾ ਹੈ, ਇਸ ਜਗ੍ਹਾ 'ਤੇ ਅਸੀਂ ਪੜ੍ਹਦੇ ਹਾਂ, ਮਾਲੀ ਦਾ ਕੰਮ ਕੀ ਹੈ। ਮਾਲੀ ਉਸ ਟਹਿਣੀ ਨੂੰ ਵੱਢ ਦਿੰਦਾ ਹੈ। ਉਹ ਜਿਹੜੇ ਪੱਤੇ ਜਾਂ ਜਿਹੜੀ ਟਹਿਣੀ ਉਹ ਦੇਖਦਾ ਕਿ ਇਹਦੇ 'ਤੇ ਕਦੀ ਫਲ ਨਹੀਂ ਲੱਗਣਾ, ਜਾਂ ਇਹ ਕਮਜ਼ੋਰ ਹੈ, ਅਤੇ ਉਹ ਕੀ ਸੋਚਦਾ ਕਿ ਇਹਨੇ ਸਿਰਫ ਜਗ੍ਹਾ ਹੀ ਰੋਕੀ, ਬਾਕੀ ਜਿਹੜੀਆਂ ਟਹਿਣੀਆਂ ਵਧਣੀਆਂ ਉਹਨਾਂ ਦੀ ਵੀ ਜਗ੍ਹਾ ਰੋਕੀ ਹੈ। ਔਰ ਫਿਰ ਕੀ ਉਹ ਕਰਦਾ ਹੈ ਨਾ, ਅੱਗੇ ਅਗਲੀਆਂ ਆਇਤਾਂ ਦੇ ਵਿੱਚ ਪੜ੍ਹਦੇ ਹਾਂ ਅਸੀਂ, ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਫਲ ਨਹੀਂ ਦਿੰਦੀ, ਉਹ ਉਸ ਨੂੰ ਕੀ ਕਰਦਾ, ਲਾ ਸੁੱਟਦਾ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਬੜੇ ਬੜੇ ਸਾਲਾਂ ਤੋਂ ਪ੍ਰਭੂ ਨੂੰ ਮੰਨ ਰਹੇ ਨੇ, ਬੜੇ ਲੋਕ ਨੇ ਜਿਹੜੇ ਤੌਬਾ ਕੀਤੀ ਹੈ। ਮੈਂ ਸਿਰਫ ਆਪਣੀ ਕਲੀਸਿਆ ਦੀ ਗੱਲ ਨਹੀਂ ਕਰਦਾ, ਮੈਂ ਆਮ ਮਸੀਹੀਆਂ ਦੀ ਵੀ ਗੱਲ ਕਰ ਰਿਹਾ। ਔਰ ਫਲ ਜ਼ਿੰਦਗੀ 'ਚ ਜੇ ਵੇਖੀਏ ਤਾਂ ਕੋਈ ਨਜ਼ਰ ਨਹੀਂ ਆਉਂਦਾ।
ਹੈ ਨਾ, ਉਹ ਜੈਸੇ ਪਹਿਲਾਂ ਸੀ ਵੈਸੇ ਹੀ ਹੁਣ ਨੇ। ਇੱਕ ਉਹਨਾਂ ਨੇ ਆਪਣੇ ਉੱਤੇ ਇੱਕ ਪਰਚੀ ਲਾ ਲਈ, ਇੱਕ ਲੇਬਲ ਲਾ ਲਿਆ ਕਿ ਅਸੀਂ ਕੀ ਹਾਂ, ਪ੍ਰਭੂ ਨੂੰ ਮੰਨਦੇ ਹਾਂ, ਹੈ ਨਾ, ਅਸੀਂ ਚਰਚ ਜਾਂਦੇ ਹਾਂ ਔਰ ਯਿਸੂ ਮਸੀਹ ਨੂੰ ਮੰਨਦੇ ਹਾਂ। ਪਰ ਜੇ ਦੇਖੀਏ ਤਾਂ ਉਹ ਪ੍ਰਭੂ ਦੇ ਨਾਲ, ਉਸ ਅੰਗੂਰ ਦੀ ਬੇਲ ਦੇ ਨਾਲ ਜੁੜੇ ਨਹੀਂ ਹੈ। ਔਰ ਪਤਾ ਕਿਸ ਤਰ੍ਹਾਂ ਲੱਗਦਾ ਕਿ ਨਹੀਂ ਜੁੜੇ? ਉਹਨਾਂ ਦੀਆਂ ਜ਼ਿੰਦਗੀਆਂ ਤੋਂ, ਉਹਨਾਂ ਦੇ ਫਲਾਂ ਤੋਂ, ਉਹਨਾਂ ਦੇ ਕੰਮਾਂ ਤੋਂ। ਮੈਂ ਪਿਛਲੇ ਸਮੇਂ 'ਚ ਵਿਚਾਰ ਕਰ ਰਿਹਾ ਸੀ ਇਸ ਲੋਕਡਾਊਨ ਦੇ ਟਾਈਮ ਦੇ ਵਿੱਚ ਵੀ, ਕਿ ਲੋਕ ਆਪਣੀ ਜਾਨ ਬਚਾਉਣ ਲਈ ਜਦੋਜਹਿਦ ਕਰ ਰਹੇ ਸੀ ਔਰ ਕਿਸ ਤਰ੍ਹਾਂ ਭੱਜ ਦੌੜ ਸਾਰੀ ਦੁਨੀਆ ਦੇ ਵਿੱਚ ਵੇਖੀ, ਅਸੀਂ ਆਪਣੇ ਆਸ-ਪਾਸ ਵੀ ਵੇਖੀ ਕਿ ਕਿਸ ਤਰ੍ਹਾਂ ਲੋਕਾਂ ਨੂੰ ਭੱਜ ਦੌੜ ਸੀ। ਕਿ ਜਦੋਂ ਸ਼ੁਰੂ 'ਚ ਲੋਕਡਾਊਨ ਹੋਇਆ ਤਾਂ ਪਤਾ ਨਹੀਂ ਸੀ ਵੀ ਕਿੰਨਾ ਸਮਾਂ ਚੱਲਣਾ, ਇਸ ਕਰਕੇ ਲੋਕਾਂ ਨੂੰ ਸੀ ਕਿ ਰਾਸ਼ਨ ਇਕੱਠਾ ਕਰ ਲਈਏ, ਸਬਜ਼ੀਆਂ ਲੈ ਆਈਏ, ਹੋਰ ਚੀਜ਼ਾਂ ਇਕੱਠੀਆਂ ਕਰ ਲਈਏ। ਐਸੇ ਸਮੇਂ 'ਤੇ ਆਮ ਲੋਕਾਂ ਨੂੰ ਤਾਂ ਵੇਖਿਆ ਹੀ ਵੇਖਿਆ, ਜਿਹੜੇ ਗੈਰ ਵਿਸ਼ਵਾਸੀ ਨੇ ਵੀ ਉਹਨਾਂ ਨੇ, ਹੈ ਨਾ, ਸੌਦੇ ਦੇ ਰੇਟ ਵੱਧ ਲਾਏ, ਸਬਜ਼ੀਆਂ ਦੇ ਰੇਟ ਵੱਧ ਲਾਏ, ਹੈ ਨਾ, ਦੁੱਧ ਦੇ ਰੇਟ ਵੱਧ ਲਾਏ। ਸਾਡੀ ਇੱਕ ਭੈਣ ਹੈ, ਉਹਨੇ ਦੱਸਿਆ ਉਹਨਾਂ ਦੇ ਪਿੰਡ 'ਚ ਸਪੀਕਰ 'ਤੇ ਬੋਲਿਆ ਗਿਆ ਕਿ ਕੋਈ ਬੰਦਾ ਸੀ, ਉਹਨੇ ਕਿਹਾ ਵੀ ਸਾਡੇ ਘਰੋਂ ਇੰਨੇ ਰੁਪਏ ਕਿਲੋ ਜਿਹੜਾ ਦੁੱਧ ਹੈ ਉਹ ਤੁਸੀਂ ਲੈ ਸਕਦੇ ਜੇ, ਰੇਟ ਬਹੁਤ ਵਧਾ ਕੇ ਦੱਸਿਆ। ਸੋ ਗੈਰ ਵਿਸ਼ਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਗੁਣ ਹੈ, ਉਹ ਪ੍ਰਭੂ ਨੂੰ ਨਹੀਂ ਜਾਣਦੇ। ਉਹ ਜਦੋਂ ਹੇਰਾ ਫੇਰੀ ਔਰ ਇਸ ਤਰ੍ਹਾਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਵੱਧ ਰੇਟ ਦੇ ਵਿੱਚ ਚੀਜ਼ਾਂ ਵੇਚੀਆਂ, ਅਸੀਂ ਸਮਝ ਸਕਦੇ ਹਾਂ। ਪਰ ਜਿਹੜੇ ਪਰਮੇਸ਼ਵਰ ਦੇ ਲੋਕ ਨੇ, ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਵਚਨ ਨੂੰ ਅਸੀਂ ਸਮਝਦੇ, ਸਾਡਾ ਜੋ ਵੀ ਕੰਮ ਹੈ, ਭਾਵੇਂ ਅਸੀਂ ਦੁੱਧ ਵੇਚਦੇ ਹਾਂ, ਭਾਵੇਂ ਅਸੀਂ ਰਾਸ਼ਨ ਵੇਚਦੇ ਹਾਂ, ਭਾਵੇਂ ਸਬਜ਼ੀ ਵੇਚਦੇ ਹਾਂ, ਭਾਵੇਂ ਅਸੀਂ ਮੁਰਗਾ ਵੇਚਦੇ ਹਾਂ, ਕੁਝ ਵੀ ਕਰਦੇ ਹਾਂ, ਸਾਡੇ ਲਈ ਨਿਯਮ ਵੱਖਰੇ ਨੇ। ਸਾਡੇ ਲਈ ਪਰਮੇਸ਼ਵਰ ਦਾ ਕਾਨੂੰਨ ਜਿਹੜਾ ਹੈ, ਪਰਮੇਸ਼ਵਰ ਦੀ ਬਾਣੀ ਜਿਹੜੀ ਕਹਿੰਦੀ ਹੈ, ਉਹ ਵੱਖਰੀ ਹੈ। ਸੋ ਇਸ ਕਰਕੇ ਅਸੀਂ ਕਹਿੰਦੇ ਤਾਂ ਹੈ ਵੀ ਅਸੀਂ ਉਸ ਅੰਗੂਰ ਦੀ ਬੇਲ ਦੇ ਨਾਲ, ਅਸੀਂ ਵੀ ਇੱਕ ਟਹਿਣੀ ਹੈ, ਅਸੀਂ ਵੀ ਉਹਦੇ ਨਾਲ ਜੁੜੇ ਹਾਂ, ਯਿਸੂ ਮਸੀਹ ਨੂੰ ਮੰਨਦੇ ਹਾਂ। ਪਰ ਸਾਡੇ ਫਲ ਕੈਸੇ ਨੇ, ਹੈ ਨਾ? ਔਰ ਜਿਹੜੀ ਟਹਿਣੀ ਹੈ ਨਾ, ਇਸ ਜਗ੍ਹਾ 'ਤੇ ਕੀ ਲਿਖਿਆ, ਜਿਹੜੀ ਟਹਿਣੀ ਫਲ ਨਹੀਂ ਦਿੰਦੀ, ਮਾਲੀ ਕੀ ਕਰਦਾ, ਉਹਨੂੰ ਲਾਹ ਸੁੱਟਦਾ। ਮੈਂ ਕੀ ਸੋਚਦਾ ਹਾਂ, ਜੇ ਅਸੀਂ ਬਾਗ ਦੇ ਵਿੱਚ ਵੇਖੀਏ ਕੰਮ ਕਰਦੇ ਹਾਂ, ਅਤੇ ਜਿਹੜੇ ਮਾਲੀ ਨੇ ਜਾਂ ਜਿਹੜੇ ਬਾਗਬਾਨ ਹੁੰਦੇ ਨੇ, ਉਹ ਸਿਰਫ ਇਕੱਲੀ ਉਸ ਟਹਿਣੀ ਨੂੰ ਨਹੀਂ ਕੱਟਦੇ ਜਿਹੜੀ ਫਲ ਨਹੀਂ ਦਿੰਦੀ, ਪਰ ਜਿਹੜੀ ਟਹਿਣੀ ਕਮਜ਼ੋਰ ਹੁੰਦੀ ਆ, ਜਾਂ ਜਿਹਨੂੰ ਫਲ ਕਮਜ਼ੋਰ ਲੱਗਾ ਹੁੰਦਾ, ਸੁੱਕਾ ਫਲ ਲੱਗਾ ਹੁੰਦਾ, ਜਾਂ ਹੈ ਨਾ, ਜਿਹੜਾ ਫਲ ਵੇਖਣ 'ਚ ਬਹੁਤ ਜ਼ਿਆਦਾ ਲੱਗਦਾ ਵੀ ਇਹਦੇ 'ਚ ਕੋਈ ਜੂਸ ਨਹੀਂ ਹੈ ਨਾ, ਵੈਸੇ ਹੀ ਹੈ, ਉਹ ਉਸ ਟਹਿਣੀ ਨੂੰ ਵੀ ਕੱਢ ਸੁੱਟਦਾ, ਹੈ ਨਾ। ਮਾਲੀ ਉਸ ਟਹਿਣੀ ਨੂੰ ਵੀ ਕੱਟ ਦਿੰਦਾ। ਕਿਉਂ ਕੱਟਦਾ? ਉਹਦੇ ਕੱਟਣ ਦੇ ਪਿੱਛੇ ਕਾਰਨ ਕੀ ਹੈ? ਕਿ ਉਹਦੀ ਜਗ੍ਹਾ ਜਿਹੜੀ ਨਵੀਂ ਉੱਗੇਗੀ, ਹੈ ਨਾ, ਉਹ ਬਿਹਤਰ ਹੋਵੇ, ਜਾਂ ਜਿਹੜੀ ਬਾਕੀ ਟਹਿਣੀਆਂ ਨੇ ਉਹਨਾਂ ਲਈ ਜਗ੍ਹਾ ਜ਼ਿਆਦਾ ਹੋਵੇ ਵਧਣ ਫੁੱਲਣ ਲਈ, ਅਤੇ ਉਹ ਕੀ ਆ, ਫਲ ਦੇ ਸਕੇ। ਸੋ ਐਸੇ ਲੋਕ ਜਿਹੜੇ ਨੇ, ਜਿਨ੍ਹਾਂ ਦੀ ਜ਼ਿੰਦਗੀ 'ਚ ਐਸੀਆਂ ਗੱਲਾਂ ਨੇ, ਉਹ ਪ੍ਰਭੂ ਦੇ ਨਾਲ ਕਹਿੰਦੇ ਤਾਂ ਹੈ ਨੇ ਵੀ ਅਸੀਂ ਜੁੜੇ, ਪਰ ਗੱਲ ਜੁੜਨ ਵਾਲੀ ਕੋਈ ਨਹੀਂ। ਉਹ ਅੱਜ ਵੀ ਪਰਮੇਸ਼ਵਰ ਤੋਂ ਹਟੇ ਨੇ ਅਤੇ ਕੱਲ੍ਹ ਵੀ ਹਟੇ ਨੇ, ਔਰ ਨਾ ਪਰਮੇਸ਼ਵਰ ਉਹਨਾਂ ਦੀ ਜ਼ਿੰਦਗੀ ਤੋਂ ਖੁਸ਼ੀ। ਸੋ ਜਦੋਂ ਇਸ ਲੋਕਡਾਊਨ ਦੇ ਦੌਰਾਨ ਵੇਖਿਆ ਬਈ, ਹੈ ਨਾ, ਬੜੇ ਮਸੀਹਾਂ ਲਈ ਵੀ ਵੇਖਿਆ ਕਿ ਉਹਨਾਂ ਨੇ, ਹੈ ਨਾ, ਇਸ ਲੋਕਡਾਊਨ ਦਾ ਫਾਇਦਾ ਉਠਾਇਆ, ਲੋਕਾਂ ਦਾ ਫਾਇਦਾ ਉਠਾਇਆ, ਅਤੇ ਮਨ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਕਿ ਅਸੀਂ ਪਰਮੇਸ਼ਵਰ ਦੇ ਲੋਕ ਹੋ ਕੇ, ਪਰਮੇਸ਼ਵਰ ਨੂੰ ਜਾਣ ਕੇ, ਹੈ ਨਾ, ਅਸੀਂ ਇਸ ਤਰ੍ਹਾਂ ਦੇ ਜੇ ਕੰਮ ਕਰਦੇ ਹਾਂ ਤਾਂ ਫਿਰ ਅਸੀਂ ਕਿਹੜੀ ਟਹਿਣੀ ਹੈ ਨਾ। ਫਿਰ ਗੈਰ ਵਿਸ਼ਵਾਸੀਆਂ 'ਚ ਔਰ ਵਿਸ਼ਵਾਸੀਆਂ 'ਚ ਕੋਈ ਫਰਕ ਨਹੀਂ ਹੈ ਨਾ। ਲੋਕ, ਦੂਸਰੇ ਲੋਕਾਂ ਵੀ ਇੰਝ ਕੀਤਾ ਔਰ ਸਾਡਿਆਂ ਵੀ ਇੰਝ ਕੀਤਾ। ਸੋ ਸਾਨੂੰ ਆਪਣੇ ਆਪ ਨੂੰ ਜਾਂਚਣ ਪਰਖਣ ਦੀ ਲੋੜ ਹੈ। ਦੇਖੀਏ, ਪੈਸਾ ਕਮਾਉਣਾ ਬੁਰੀ ਗੱਲ ਨਹੀਂ, ਬਾਈਬਲ ਨਹੀਂ ਕਹਿੰਦੀ ਕਿ ਪੈਸਾ ਕਮਾਉਣਾ ਬੁਰੀ ਗੱਲ ਹੈ, ਪਰ ਜਦੋਂ ਉਹ ਪੈਸਾ ਸਾਡੇ ਦਿਲ ਦਿਮਾਗ 'ਤੇ ਇੰਨਾ ਹਾਵੀ ਹੋ ਜਾਂਦਾ ਕਿ ਸਾਨੂੰ ਆਪਣੇ ਰਿਸ਼ਤੇ ਭੁੱਲ ਜਾਂਦੇ ਨੇ, ਆਪਣੇ ਭੈਣ ਭਰਾ ਭੁੱਲ ਜਾਂਦੇ ਨੇ, ਇਨਸਾਨੀਅਤ ਭੁੱਲ ਜਾਂਦੀ ਹੈ, ਅਤੇ ਫਿਰ ਪਰਮੇਸ਼ਵਰ ਉਸ ਗੱਲ ਨੂੰ ਬਹੁਤ ਵੱਡਾ ਗੁਨਾਹ ਮੰਨਦਾ ਹੈ। ਸੋ ਇਸ ਕਰਕੇ ਪਰਮੇਸ਼ਵਰ ਦਾ ਆਪਣਾ ਪੈਸਾ ਕਮਾਉਂਦਿਆਂ ਪਰਮੇਸ਼ਵਰ ਦਾ ਡਰ ਰੱਖਣਾ ਚਾਹੀਦਾ। ਇਹ ਸੋਚਣਾ ਚਾਹੀਦਾ ਕਿ ਮੈਂ ਕਿਹੜੀ ਬੇਲ ਦੇ ਨਾਲ ਜੁੜਿਆ, ਮੈਂ ਜਿਹੜੀ ਵੇਲ ਹੈ ਜਿਹਦੇ ਨਾਲ ਮੈਂ ਜੁੜਿਆ ਉਹ ਕੌਣ ਹੈ ਨਾ। ਜੇ ਯਿਸੂ ਮਸੀਹ ਦੇ ਨਾਲ ਜੁੜੇ ਹਾਂ ਅਤੇ ਉਹ ਵੇਲ ਟਹਿਣੀ ਦੇ ਵਿੱਚ ਉਹੀ ਖੁਰਾਕ ਆਏਗੀ ਔਰ ਟਹਿਣੀ ਨੂੰ ਉਹੀ ਫਲ ਲੱਗੇਗਾ ਜਿਸ ਵੇਲ ਦੇ ਨਾਲ ਉਹ ਜੁੜੀ ਹੈ। ਜੇ ਉਹ ਅੰਗੂਰ ਦੀ ਵੇਲ ਦੇ ਨਾਲ ਜੁੜੀ ਹੈ ਤਾਂ ਉਹਨੂੰ ਅੰਗੂਰ ਹੀ ਲੱਗਣਗੇ, ਪਰ ਜੇ ਅੰਗੂਰ ਦੀ ਜਗ੍ਹਾ ਬੇਰ ਲੱਗਦੇ ਨੇ ਤਾਂ ਫਿਰ ਮਤਲਬ ਕੀ ਹੈ? ਧਿਆਨ ਦਿਓ ਆਪਣੀ ਜ਼ਿੰਦਗੀ 'ਤੇ, ਫਿਰ ਸ਼ਾਇਦ ਤੁਸੀਂ ਅੰਗੂਰ ਦੀ ਬੇਲ ਨਾਲ ਨਹੀਂ ਜੁੜੇ, ਤੁਸੀਂ ਕਿਸੇ ਬੇਰੀ ਨਾਲ ਜੁੜੇ ਜੇ ਜਿੱਥੇ ਕੰਡੇ ਨੇ। ਯਿਸੂ ਮਸੀਹ ਦੇ ਨਾਲ ਜਿਹੜਾ ਇਨਸਾਨ ਜੁੜਿਆ ਹੈ, ਉਹਦੀ ਜ਼ਿੰਦਗੀ 'ਚ ਵੈਸਾ ਹੀ ਫਲ ਹੁੰਦਾ। ਸੋ ਇਸ ਕਰਕੇ ਉਹ ਕੀ ਕਹਿੰਦਾ ਹੈ, ਜਿਹੜੀ ਟਹਿਣੀ ਫਲ ਨਹੀਂ ਦਿੰਦੀ, ਜਾਂ ਮੈਂ ਆਪਣੇ ਕੋਲੋਂ ਇਹ ਗੱਲ ਕਹਿ ਰਿਹਾ ਕਿ ਜਿਹੜੀ ਟਹਿਣੀ ਮਾੜਾ ਫਲ ਵੀ ਦਿੰਦੀ ਹੈ, ਪਰਮੇਸ਼ਵਰ ਉਹਨੂੰ ਕੀ ਕਰਦਾ ਹੈ ਨਾ, ਬਿਨਾਂ ਸ਼ੱਕ ਉਹ ਜੁੜੀ ਰਹੇਗੀ। ਜੇ ਲਾਹ ਨਹੀਂ ਸੁੱਟੇਗਾ, ਉਹ ਜੁੜੀ ਵੀ ਰਹੇਗੀ, ਪਰ ਉਹਦੀ ਜ਼ਿੰਦਗੀ 'ਚ ਫਲ ਸੁੱਕਾ ਹੀ ਰਹੇਗਾ, ਕਦੀ ਉਹ ਦਿਖਾਈ ਨਹੀਂ ਦੇਗਾ, ਹੈ ਨਾ। ਔਰ ਨਾ ਉਹ ਕਿਸੇ ਦੇ ਲਈ ਕੋਈ ਫਾਇਦੇ ਦੀ ਗੱਲ ਹੈ, ਨਾ ਵੇਖਣ 'ਚ ਕਿਸੇ ਨੂੰ ਖੁਸ਼ੀ ਹੈ ਅਤੇ ਨਾ ਉਹ ਖਾਣ 'ਚ ਸਵਾਦ ਹੈ। ਸੋ ਇਸ ਕਰਕੇ ਆਪਣੇ ਆਪ ਨੂੰ ਜਾਂਚਣਾ ਕਿ ਅਸੀਂ ਕਿਹੜੀ ਟਹਿਣੀ ਹੈ, ਸੁੱਕੀ ਟਹਿਣੀ ਕਿ ਜਾਂ ਅੱਧ ਸੁੱਕੀ ਟਹਿਣੀ,
ਔਰ ਪਰਮੇਸ਼ਵਰ ਨੂੰ ਉਸ ਟਹਿਣੀ ਤੋਂ, ਐਸੀ ਟਹਿਣੀ ਤੋਂ ਕੋਈ ਖੁਸ਼ੀ ਨਹੀਂ। ਔਰ ਫਿਰ ਕੀ ਲਿਖਿਆ, ਤੇ ਹਰੇਕ ਜੋ ਫਲ ਦਿੰਦੀ ਹੈ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। ਹੁਣ ਇਹ ਵੀ ਗੱਲ ਬੜੀ ਜ਼ਰੂਰੀ ਹੈ, ਜਿਹੜੀ ਟਹਿਣੀ ਫਲ ਦਿੰਦੀ ਹੈ ਪਰਮੇਸ਼ਵਰ ਉਹਨੂੰ ਵੀ ਛਾਂਗਦਾ ਹੈ, ਪਰ ਛਾਂਗਣ ਔਰ ਵੱਢ ਕੇ ਸੁੱਟਣ 'ਚ ਫਰਕ ਹੈ, ਤੁਸੀਂ ਜਾਣਦੇ। ਛਾਂਗਣਾ ਔਰ ਵੱਢਣਾ ਦੋਵਾਂ 'ਚ ਫਰਕ ਹੈ। ਪਹਿਲੀ ਗੱਲ ਹੈ, ਜਿਹੜੀ ਵੱਢੀ ਗਈ ਉਹਦੇ ਲਈ ਆਸ ਖਤਮ ਹੋ ਗਈ, ਪਰ ਜਿਹੜੀ ਛਾਂਗੀ ਗਈ ਉਹ ਕਾਹਦੇ ਲਈ ਛਾਂਗੀ ਗਈ, ਉਹਦੇ ਲਈ ਆਸ ਕੀ ਹੈ ਕਿ ਆਉਣ ਵਾਲੇ ਸਮੇਂ 'ਚ ਉਹਨੂੰ ਹੋਰ ਜ਼ਿਆਦਾ ਫਲ ਲੱਗੇਗਾ। ਸੋ ਜਿਹੜੇ ਸਾਡੀ ਜ਼ਿੰਦਗੀ 'ਚ ਦੁੱਖ ਪਰੇਸ਼ਾਨੀਆਂ ਨੇ, ਪ੍ਰਭੂ ਨੂੰ ਮੰਨਦਿਆਂ, ਇਮਾਨਦਾਰੀ ਸੱਚਾਈ ਦੇ ਨਾਲ ਪ੍ਰਭੂ ਦੇ ਵਿੱਚ ਚੱਲਦਿਆਂ ਜਿਹੜੇ ਦੁੱਖ ਪਰੇਸ਼ਾਨੀਆਂ ਆਉਂਦੇ ਨੇ, ਉਹ ਸਾਡੀ ਛੰਗਾਈ ਹੈ। ਔਰ ਜਦੋਂ ਛੰਗਾਈ ਹੁੰਦੀ ਹੈ, ਜਦੋਂ ਦੁੱਖ ਪਰੇਸ਼ਾਨੀਆਂ ਪਰਮੇਸ਼ਵਰ ਆਉਣ ਦਿੰਦਾ ਸਾਡੀ ਜ਼ਿੰਦਗੀ 'ਚ, ਉਦੋਂ ਚੰਗੀਆਂ ਨਹੀਂ ਲੱਗਦੀਆਂ, ਛੰਗਾਈ ਚੰਗੀ ਨਹੀਂ ਲੱਗਦੀ, ਹੈ ਨਾ। ਰੁੱਖਾਂ 'ਚ ਕਹਿੰਦੇ ਨੇ ਜਾਨ ਹੁੰਦੀ ਹੈ, ਅਤੇ ਜਦੋਂ ਰੁੱਖ 'ਤੇ ਦਾਤਰ ਚੱਲਦਾ ਹੈ ਅਤੇ ਰੁੱਖ ਨੂੰ ਚੰਗਾ ਨਹੀਂ ਲੱਗਦਾ ਨਾ ਜੇ ਉਹਦੇ 'ਚ ਜਾਨ ਹੈ। ਪਰ ਕਾਹਦੇ ਲਈ ਉਹ ਛੰਗਾਈ ਹੋ ਕਾਹਦੇ ਲਈ ਰਹੀ ਹੈ, ਤਾਂ ਕਿ ਉਹ ਹੋਰ ਜ਼ਿਆਦਾ ਚੰਗਾ ਬਣੇ, ਹੈ ਨਾ, ਹੋਰ ਉਹਦੀ ਜ਼ਿੰਦਗੀ ਦੇ ਵਿੱਚ ਚੰਗਾ ਫਲ ਲੱਗੇ, ਹੋਰ ਜ਼ਿਆਦਾ ਉਹ ਪਰਮੇਸ਼ਵਰ 'ਤੇ ਭਰੋਸਾ ਕਰੇ। ਸੋ ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਪਰੇਸ਼ਾਨੀਆਂ ਆਉਂਦੀਆਂ ਨੇ, ਪੈਸੇ ਦੀ ਤੰਗੀ ਆਉਂਦੀ ਹੈ, ਜਾਂ ਕਿਸੇ ਇਨਸਾਨ ਵੱਲੋਂ ਸਾਨੂੰ ਪਰੇਸ਼ਾਨੀ ਮਿਲਦੀ ਹੈ, ਅਤੇ ਫਿਰ ਕੀ ਹੈ, ਜੇ ਅਸੀਂ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਬੜੇ ਧਿਆਨ ਨਾਲ ਇਸ ਗੱਲ ਨੂੰ ਸੁਣਿਆ, ਬੜਾ ਫਰਕ ਹੈ ਇਸ ਗੱਲ ਦੇ ਵਿੱਚ। ਜੇ ਅਸੀਂ ਪਰਮੇਸ਼ਵਰ ਦੇ ਵਿੱਚ ਇਮਾਨਦਾਰੀ ਸੱਚਾਈ ਦੇ ਨਾਲ ਚੱਲਦੇ ਹਾਂ, ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਜਾਣਦੇ ਜੇ ਇਮਾਨਦਾਰੀ ਸੱਚਾਈ ਦੇ ਨਾਲ ਉਹਦੇ ਵਿੱਚ ਚੱਲਦੇ ਹਾਂ, ਅਤੇ ਫਿਰ ਪਰੇਸ਼ਾਨੀਆਂ ਆਉਂਦੀਆਂ ਨੇ ਅਤੇ ਉਹਨੂੰ ਛੰਗਾਈ ਸਮਝੀਏ, ਉਹਨੂੰ ਕਟਾਈ ਨਾ ਸਮਝੀਏ। ਉਹ ਛੰਗਾਈ ਹੈ ਜਿਹੜੀ ਅੱਗੇ ਚੱਲ ਕੇ ਤੁਹਾਡੀ ਜ਼ਿੰਦਗੀ 'ਚ ਹੋਰ ਜ਼ਿਆਦਾ ਫਲ ਦੇਵੇਗੀ, ਤੁਸੀਂ ਹੋਰ ਜ਼ਿਆਦਾ ਫਲਵੰਤ ਹੋਵੋਗੇ, ਪਰਮੇਸ਼ਵਰ ਦੀਆਂ ਹੋਰ ਜ਼ਿਆਦਾ ਬਰਕਤਾਂ ਤੁਹਾਡੀ ਜ਼ਿੰਦਗੀ 'ਚ ਹੋਣਗੀਆਂ। ਪਰ ਤਾਂ ਜੇ ਤੁਸੀਂ ਚੰਗੀ ਟਹਿਣੀ ਜੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਰੱਖਦੇ ਜੇ, ਉਹਦਾ ਡਰ ਰੱਖਦੇ ਜੇ, ਹੈ ਨਾ, ਪਰਮੇਸ਼ਵਰ ਨੂੰ ਆਪਣੇ ਸਾਰੇ ਕੰਮਾਂ 'ਚ ਪਹਿਲ ਦਿੰਦੇ ਜੇ, ਔਰ ਹੈ ਨਾ, ਆਪਣਾ ਵਿਹਾਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਰੱਖਦੇ ਜੇ, ਤੁਹਾਡੀ ਜ਼ਿੰਦਗੀ ਪਰਮੇਸ਼ਵਰ ਨੂੰ ਪਸੰਦ ਹੈ, ਪਰਮੇਸ਼ਵਰ ਦੇ ਅਨੁਸਾਰ, ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੈ, ਅਤੇ ਫਿਰ ਤੁਹਾਡੀ ਛੰਗਾਈ ਤੁਹਾਡੇ ਲਈ ਫਾਇਦੇ ਦੀ। ਪਰ ਜੇ ਨਹੀਂ, ਐਸਾ ਨਹੀਂ ਹੈ। ਅਯੂਬ ਦੀ ਛੰਗਾਈ ਹੋਈ ਹੈ ਨਾ, ਵਚਨ ਦੇ ਵਿੱਚ ਅਸੀਂ ਵੇਖਦੇ ਹਾਂ, ਅਯੂਬ ਨੂੰ ਪਰਮੇਸ਼ਵਰ ਨੇ ਛਾਂਗਿਆ ਔਰ ਬਹੁਤ ਜ਼ਬਰਦਸਤ ਛਾਂਗਿਆ। ਪਰ ਕੀ ਹੋਇਆ, ਅਖੀਰ 'ਤੇ ਕੀ ਹੋਇਆ, ਪਰਮੇਸ਼ਵਰ ਦੇ ਕੋਲੋਂ ਉਹਨੂੰ ਵਡਿਆਈ ਮਿਲੀ, ਔਰ ਉਹਦੇ ਨਾਲ ਨਾਲ ਜੋ ਉਹਦੀ ਛੰਗਾਈ ਹੋਈ ਸੀ ਉਹਦੇ ਨਾਲ ਦੁੱਗਣਾ ਪਰਮੇਸ਼ਵਰ ਨੇ ਉਹਨੂੰ ਫਲ ਦਿੱਤਾ। ਸੋ ਬੜੀ ਸਾਫ਼ ਸ਼ਬਦਾਂ ਦੇ ਵਿੱਚ ਪਰਮੇਸ਼ਵਰ ਦਾ ਵਚਨ ਹੈ ਨਾ, ਕੋਈ ਐਸੀ ਗੱਲ ਨਹੀਂ ਜਿਹੜੀ ਸਾਡੀ ਸਮਝ ਨਾ ਆ ਸਕੇ। ਸੋ ਸਾਡੀ ਛੰਗਾਈ, ਜੇ ਅਸੀਂ ਪਰਮੇਸ਼ਵਰ ਦੇ ਉੱਤੇ ਸਹੀ ਤਰੀਕੇ ਨਾਲ ਵਿਸ਼ਵਾਸ ਰੱਖਦੇ ਹਾਂ, ਸਹੀ ਉਹਦੇ ਵਿੱਚ ਚੱਲਦੇ, ਉਹਦਾ ਡਰ ਰੱਖਦੇ ਹਾਂ, ਅਤੇ ਜਦੋਂ ਜ਼ਿੰਦਗੀ 'ਚ ਦੁੱਖ ਪਰੇਸ਼ਾਨੀਆਂ ਆਉਂਦੀਆਂ ਨੇ, ਅਤੇ ਫਿਰ ਪਰਮੇਸ਼ਵਰ ਦੀ ਉਸ ਦੁੱਖ ਪਰੇਸ਼ਾਨੀ ਨੂੰ ਉਹਦੀ ਛੰਗਾਈ ਜਾਣ ਕੇ ਗ੍ਰਹਿਣ ਕਰੀਏ। ਪਰਮੇਸ਼ਵਰ ਤੁਹਾਡੇ ਨਾਲ ਬੁਰਾ ਨਹੀਂ ਕਰੇਗਾ, ਜੇ ਤੁਸੀਂ ਬੁਰੇ ਨਹੀਂ ਜੇ, ਪਰਮੇਸ਼ਵਰ ਤੁਹਾਡੇ ਨਾਲ ਬੁਰਾ ਨਹੀਂ ਕਰੇਗਾ। ਇਸ ਗੱਲ ਦੇ ਵਿੱਚ ਭਰੋਸਾ ਰੱਖੀਏ। ਅਸੀਂ ਦੁਖੀ ਹੋ ਜਾਂਦੇ ਹਾਂ ਜਦੋਂ ਸਾਡੇ ਮੁਸ਼ਕਲ ਮੁਸੀਬਤਾਂ ਪਰੇਸ਼ਾਨੀਆਂ ਆਉਂਦੀਆਂ ਨੇ, ਅਸੀਂ ਸੋਚਦੇ ਹਾਂ ਕਿ ਪ੍ਰਭੂ ਨੂੰ ਮੰਨ ਕੇ ਸਾਨੂੰ ਕੀ ਮਿਲਿਆ, ਹੈ ਨਾ, ਪ੍ਰਭੂ ਨੇ ਸਾਨੂੰ ਕੀ ਦਿੱਤਾ, ਕਿਉਂ ਇੰਨਾ ਜ਼ਿਆਦਾ ਸਾਡੇ 'ਤੇ ਕਸ਼ਟ ਹੈ, ਕਿਉਂ ਇਹ ਪਰੇਸ਼ਾਨੀ ਹੈ। ਅਸੀਂ ਪ੍ਰਭੂ ਦੇ ਵਿੱਚ ਇੰਨਾ ਵਿਸ਼ਵਾਸ ਕਰਦੇ ਹਾਂ, ਪ੍ਰਭੂ ਦਾ ਡਰ ਰੱਖਦੇ ਹਾਂ, ਹੈ ਨਾ, ਕੋਈ ਮਾੜਾ ਕੰਮ ਨਹੀਂ ਕਰਦੇ, ਮਾੜਾ ਬੋਲਦੇ ਨਹੀਂ, ਕਿਸੇ ਦਾ ਕੋਈ ਬੁਰਾ ਨਹੀਂ ਕਰਦੇ, ਕਈ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਨੇ। ਪਰ ਇਸ ਗੱਲ ਦਾ ਧਿਆਨ ਰੱਖੇ, ਜੇ ਤੁਸੀਂ ਚੰਗੇ ਜੇ ਤਾਂ ਤੁਹਾਡੀ ਕਟਾਈ ਨਹੀਂ ਹੈ, ਤੁਹਾਡੀ ਛੰਗਾਈ ਹੈ। ਔਰ ਛੰਗਾਈ ਦਾ ਮਕਸਦ ਹੀ ਫਰਕ ਹੈ, ਕਟਾਈ ਔਰ ਛੰਗਾਈ ਦਾ ਮਕਸਦ ਹੀ ਫਰਕ ਹੈ। ਕਟਾਈ ਦੇ ਵਿੱਚ ਦੁਬਾਰਾ ਫਲ ਨਹੀਂ ਲੱਗਣਾ, ਔਰ ਛੰਗਾਈ ਦੇ ਵਿੱਚ ਦੁੱਗਣਾ ਫਲ ਲੱਗਣਾ। ਛੰਗਾਈ ਦਾ ਮਤਲਬ ਹੀ ਉਹ। ਸੋ ਇਸ ਕਰਕੇ ਉਹ ਦੁੱਖ ਪਰੇਸ਼ਾਨੀਆਂ, ਜੇ ਤੁਸੀਂ ਪਰਮੇਸ਼ਵਰ 'ਚ ਸਹੀ ਜੇ, ਅਤੇ ਉਹਨਾਂ ਨੂੰ ਪਰਮੇਸ਼ਵਰ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਵੱਧ ਬਰਕਤ ਦੇਣ ਦਾ ਤਰੀਕਾ ਸਮਝੀ, ਹੈ ਨਾ, ਉਹ ਇੱਕ ਮਾਧਿਅਮ ਹੈ ਜਿਹਦੇ ਰਾਹੀਂ ਅੱਗੇ ਜਾ ਕੇ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਵਰ ਦੁੱਗਣਾ ਫਲ ਦੇਵੇਗਾ। ਪਰ ਜੇ ਚੰਗੇ ਨਹੀਂ ਜੇ, ਪਰਮੇਸ਼ਵਰ ਦਾ ਡਰ ਨਹੀਂ ਰੱਖਦੇ, ਚੰਗੇ ਤੋਂ ਭਾਵ ਇਹ ਨਹੀਂ ਕਿ ਤੁਸੀਂ ਵੈਸੇ ਚੰਗੇ ਨਹੀਂ, ਪਰਮੇਸ਼ਵਰ ਦਾ ਡਰ ਨਹੀਂ ਰੱਖਦੇ, ਪਰਮੇਸ਼ਵਰ ਦੀ ਕੋਈ ਪਰਵਾਹ ਨਹੀਂ, ਹੈ ਨਾ, ਆਪਣੀ ਜ਼ਿੰਦਗੀ 'ਚ ਆਪਣੇ ਹਿਸਾਬ ਨਾਲ ਜੀਂਦੇ ਜੇ, ਹੇਰਾ ਫੇਰੀਆਂ, ਬੇਈਮਾਨੀਆਂ, ਝੂਠ ਦੇ ਸਾਰੇ ਕਮਾਈਆਂ, ਹੈ ਨਾ, ਇਹੋ ਜਿਹੀਆਂ ਚੀਜ਼ਾਂ ਨੇ, ਅਤੇ ਪਰਮੇਸ਼ਵਰ ਛੰਗਾਈ ਨਹੀਂ ਕਰੇਗਾ, ਪਰਮੇਸ਼ਵਰ ਕਟਾਈ ਕਰੇਗਾ। ਜੋ ਹੈ ਉਹ ਵੀ ਖਤਮ ਹੋ ਜਾਏਗਾ। ਪਰਮੇਸ਼ਵਰ ਆਪਣੇ ਨਾਲ ਐਸੀਆਂ ਟਾਹਣੀਆਂ ਨੂੰ ਜੁੜੇ ਰਹਿਣ ਨਹੀਂ ਦਿੰਦਾ, ਕਿਉਂਕਿ ਉਹ ਸਿਰਫ ਜਗ੍ਹਾ ਘੇਰਦੀਆਂ ਨੇ। ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਜਾਂਚਣਾ ਪੈਣਾ। ਔਰ ਦੂਸਰੀ ਗੱਲ ਕੀ ਹੈ, ਫਿਰ ਲਿਖਿਆ ਹੈ 4 ਆਇਤ ਦੀ ਪੜ੍ਹੀਏ, ਉਹਦੇ ਵਿੱਚ ਲਿਖਿਆ, ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ, ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸਕਦੇ। ਸੋ ਸਾਫ਼ ਸਪਸ਼ਟ ਪਰਮੇਸ਼ਵਰ ਕਹਿੰਦਾ ਜੀ, ਸਾਡੀ ਤਰੱਕੀ ਜਿਹੜੀ ਹੈ ਸਾਡੀ ਜ਼ਿੰਦਗੀ ਦੇ ਵਿੱਚ, ਜੇ ਅਸੀਂ ਵਧਣਾ ਚਾਹੁੰਦੇ ਹਾਂ, ਤਰੱਕੀ ਕਰਨਾ ਚਾਹੁੰਦੇ ਹਾਂ, ਅਤੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ ਕਿ ਜਿੰਨਾ ਚਿਰ ਉਸ ਬੇਲ ਦੇ ਨਾਲ ਨਹੀਂ ਜੁੜੇ ਰਹਿੰਦੇ, ਉਹਨਾਂ ਚਿਰ ਅਸੀਂ ਤਰੱਕੀ ਨਹੀਂ ਕਰ ਸਕਦੇ। ਪਰਮੇਸ਼ਵਰ ਤੋਂ ਵੱਖਰੇ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਜ਼ਬੂਰ 127 ਦੀ 1 'ਚ ਲਿਖਿਆ ਕਿ
ਜੇ ਯਹੋਵਾ ਹੀ ਘਰ ਨੂੰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਕੀ ਹੈ, ਵਿਅਰਥ ਹੈ। ਜੇ ਯਹੋਵਾ ਘਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਕੀ ਹੈ, ਵਿਅਰਥ ਹੈ। ਕਹਿਣ ਦਾ ਭਾਵ ਕੀ ਹੈ, ਜੇ ਪਰਮੇਸ਼ਵਰ ਤੁਹਾਡੀ ਮਦਦ ਨਹੀਂ ਕਰੇਗਾ, ਹੈ ਨਾ, ਤੁਸੀਂ ਜਿੰਨਾ ਮਰਜ਼ੀ ਹੱਥ ਪੈਰ ਮਾਰੀ ਜਾਓ, ਜਿਹੜੀ ਮਰਜ਼ੀ ਬੇਈਮਾਨੀਆਂ ਦਾ ਸਹਾਰਾ ਲੈ ਲਓ, ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦੇ। ਜੇ ਇਮਾਨਦਾਰੀ ਸੱਚਾਈ ਨਾਲ ਅਸੀਂ ਪਰਮੇਸ਼ਵਰ ਦੇ ਵਿੱਚ ਚੱਲਦੇ ਹਾਂ, ਪੈਸੇ ਦੇ ਬਾਰੇ ਇਮਾਨਦਾਰ ਹੈ ਔਰ ਪਰਮੇਸ਼ਵਰ ਦਾ ਡਰ ਰੱਖਦੇ ਹਾਂ, ਤੁਹਾਡੀ ਜ਼ਿੰਦਗੀ 'ਚ ਪਰਮੇਸ਼ਵਰ ਜ਼ਰੂਰ ਫਲ ਦੇਗਾ ਔਰ ਐਸਾ ਫਲ ਦੇਗਾ ਜੋ ਲੋਕ ਵੀ ਵੇਖਣਗੇ। ਔਰ ਕੀ ਕਹਿੰਦਾ ਪਰਮੇਸ਼ਵਰ, ਆਪਣੇ ਆਪ ਜੇ ਅਸੀਂ ਪਰਮੇਸ਼ਵਰ ਦੇ ਵਿੱਚ ਨਹੀਂ ਜੁੜੇ ਰਹਿੰਦੇ, ਆਪਣੇ ਆਪ ਅਸੀਂ ਫਲਵੰਤ ਨਹੀਂ ਹੋ ਸਕਦੇ, ਫਲ ਨਹੀਂ ਦੇ ਸਕਦੇ। ਪਰਮੇਸ਼ਵਰ ਦੇ ਨਾਲ ਜੁੜੇ ਰਹਿ ਕੇ ਹੀ ਸਾਡਾ ਭਲਾ ਔਰ ਸਾਡੀ ਕੀ ਹੈ, ਤਰੱਕੀ। ਸੋ ਮਿਹਨਤ ਕਰੀਏ, ਹੈ ਨਾ, ਆਪਣਾ ਰਾਤ ਦਿਨ ਮਿਹਨਤ ਕਰੀਏ, ਜੋ ਵੀ ਕਰ ਸਕਦੇ ਜੇ, ਹੈ ਨਾ। ਹੱਥ ਪੈਰ ਪਰਮੇਸ਼ਵਰ ਨੇ ਦਿੱਤੇ ਨੇ, ਹਿੰਮਤ ਦਿੱਤੀ ਹੈ ਨਾ, ਬੁੱਧ ਦਿੱਤੀ ਹੈ, ਉਹਦਾ ਇਸਤੇਮਾਲ ਕਰੀਏ ਤਰੱਕੀ ਕਰਨ ਲਈ, ਹੈ ਨਾ। ਪੈਸਾ ਕਮਾਈਏ, ਜ਼ਰੂਰ ਕਮਾਈਏ, ਹੈ ਨਾ, ਔਰ ਆਪਣੇ ਬੱਚਿਆਂ ਲਈ ਸੋਚੀਏ, ਆਪਣੇ ਪਰਿਵਾਰ ਲਈ ਸੋਚੀਏ, ਸਭ ਕੁਝ ਆਪਣੀ ਜਗ੍ਹਾ ਠੀਕ ਹੈ। ਪਰਮੇਸ਼ਵਰ ਇਸ ਗੱਲ ਨੂੰ ਮਾੜਾ ਨਹੀਂ ਕਹਿੰਦਾ, ਪਰ ਕਦੀ ਇਹ ਨਾ ਸੋਚੀਏ ਕਿ ਪਰਮੇਸ਼ਵਰ ਤੋਂ ਵੱਖਰੇ ਹੋ ਕੇ, ਖਾਸ ਕਰਕੇ ਅਸੀਂ ਜਿਹੜੇ ਵਿਸ਼ਵਾਸੀ ਹਾਂ, ਪਰਮੇਸ਼ਵਰ ਤੋਂ ਵੱਖਰੇ ਹੋ ਕੇ ਉਹਦਾ ਟਾਈਮ ਚੋਰੀ ਕਰਕੇ ਜਾਂ ਉਹਨੂੰ ਪਰੇ ਕਰਕੇ, ਹੈ ਨਾ, ਅਸੀਂ ਜ਼ਿੰਦਗੀ 'ਚ ਤਰੱਕੀ ਕਰ ਲਾਂਗੇ। ਐਸਾ ਹੋ ਨਹੀਂ ਸਕਦਾ। ਜਿਹੜੇ ਲੋਕ ਦੂਸਰੇ ਨੇ, ਪ੍ਰਭੂ ਨੂੰ ਨਹੀਂ ਜਾਣਦੇ, ਉਹਨਾਂ ਲਈ ਨਿਯਮ ਵੱਖਰੇ ਨੇ, ਪਰ ਜਿਹੜੇ ਅਸੀਂ ਪਰਮੇਸ਼ਵਰ ਦੇ ਲੋਕ ਹਾਂ, ਸਾਡੇ ਲਈ ਨਿਯਮ ਪਰਮੇਸ਼ਵਰ ਦੇ ਵੱਖਰੇ ਨੇ। ਔਰ ਇੱਕ ਨਿਯਮ ਇਹ ਹੈ ਕਿ ਪਰਮੇਸ਼ਵਰ ਕਹਿੰਦਾ ਮੈਥੋਂ ਵੱਖਰੇ ਹੋ ਕੇ ਨਹੀਂ ਤੁਸੀਂ ਕਰ ਸਕਦੇ, ਮੇਰੇ ਨਾਲ ਜੁੜੇ ਰਹਿ ਕੇ ਕਰ ਸਕਦੇ ਜੇ, ਤਾਂ ਹੀ ਤੁਸੀਂ ਕੀ ਆ, ਬਹੁਤਾ ਫਲ ਦਿਓਗੇ। ਔਰ ਫਿਰ ਲਿਖਿਆ 5 ਆਇਤ, ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ, ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ, ਕਿਉਂਕਿ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਸੋ 4 ਔਰ 5 ਆਇਤ ਜਿਹੜੀ ਹੈ ਤਕਰੀਬਨ ਇੱਕੋ ਜਿਹੀ ਗੱਲ ਹੀ ਕਹਿੰਦੀ ਹੈ। 6 ਆਇਤ ਦੇ ਵਿੱਚ ਲਿਖਿਆ, ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ, ਔਰ ਲੋਕ ਉਹਨਾਂ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਝੋਕਦੇ ਹਨ ਅਤੇ ਉਹ ਸਾੜੀਆਂ ਜਾਂਦੀਆਂ। ਸੋ ਇੱਕ ਤਾਂ ਪਹਿਲੀ ਗੱਲ ਹੋ ਗਈ ਕਿ ਟਹਿਣੀ ਨਾਲੋਂ ਵੱਖਰੇ, ਵੇਲ ਦੇ ਨਾਲੋਂ ਵੱਖਰੇ ਕੀਤਾ ਜਾਂਦਾ ਹੈ, ਕਟਾਈ ਹੋ ਜਾਂਦੀ ਹੈ ਔਰ ਕੱਟ ਕੇ ਕੀ ਹੈ, ਸੁੱਟ ਦਿੱਤਾ ਜਾਂਦਾ, ਕਿਉਂਕਿ ਜਿਹੜੀ ਟਹਿਣੀ ਫਲ ਨਹੀਂ ਦੇ ਰਹੀ, ਉਹਦਾ ਵੇਲ ਦੇ ਨਾਲ ਜੁੜੇ ਰਹਿਣ ਦਾ ਮਕਸਦ ਹੀ ਕੋਈ ਨਹੀਂ ਹੈ। ਔਰ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਵੇਖਿਆ ਹੋਏਗਾ ਰੁੱਖਾਂ 'ਤੇ ਵੀ ਕਿ ਟਹਿਣੀਆਂ ਕਈ ਜਿਹੜੀਆਂ ਨੇ ਥੋੜ੍ਹੀਆਂ ਬਹੁਤ ਜੁੜੀਆਂ ਔਰ ਲਮਕਦੀਆਂ ਰਹਿੰਦੀਆਂ ਨੇ। ਜੇ ਉਹਨੂੰ ਮਾਲੀ ਨਾ ਵੀ ਕੱਟ ਕੇ ਸੁੱਟੇ ਤਾਂ ਉਹ ਸਮਾਂ ਆਉਂਦਾ ਜਦੋਂ ਆਪਣੇ ਆਪ ਹੀ ਉਹ ਝੜ ਕੇ ਡਿੱਗ ਪੈਂਦੀ ਹੈ, ਕਿਉਂਕਿ ਉਹਦੇ 'ਚ ਜਾਨ ਹੀ ਹੈ ਨਹੀਂ। ਉਹ ਥੋੜ੍ਹੀ ਬਹੁਤ ਪ੍ਰਭੂ ਦੇ ਨਾਲ ਐਸਾ ਇਨਸਾਨ ਜੁੜਿਆ, ਉਹ ਜਿਹੜੀ ਟਹਿਣੀ ਉਹ ਥੋੜ੍ਹੀ ਬਹੁਤ ਜੁੜੀ ਹੈ ਅਤੇ ਉਹਦੇ ਕਰਕੇ ਕੀ ਹੈ, ਉਹਨੂੰ ਉਸ ਵੇਲ ਦਾ ਸਹਾਰਾ। ਪਰ ਜੇ ਉਹਦੇ ਵਿੱਚ ਜਾਨ ਨਹੀਂ ਹੈ, ਉਹਨੂੰ ਖੁਰਾਕ ਨਹੀਂ ਮਿਲ ਰਹੀ ਵੇਲ ਤੋਂ, ਅਤੇ ਉਹ ਟਹਿਣੀ ਕੀ ਆ, ਅੱਜ ਵੀ ਡਿੱਗੀ ਔਰ ਕੱਲ੍ਹ ਵੀ ਡਿੱਗੀ। ਪਰਮੇਸ਼ਵਰ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੀ ਦੁਆ, ਪ੍ਰਾਰਥਨਾ, ਬਚਨ ਨੂੰ ਪੜ੍ਹਨਾ, ਪਰਮੇਸ਼ਵਰ ਦੀ ਆਰਾਧਨਾ ਕਰਨਾ, ਔਰ ਸਭ ਤੋਂ ਵੱਧ ਕੇ ਪਰਮੇਸ਼ਵਰ ਦਾ ਡਰ ਆਪਣੀ ਜ਼ਿੰਦਗੀ 'ਚ ਰੱਖਣਾ, ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਵੇਲ ਦੇ ਨਾਲ ਜੋੜੀ ਰੱਖਦੀਆਂ ਨੇ। ਔਰ ਜੇ ਅਸੀਂ ਆਪਣੇ ਮਿਹਨਤ ਕਰ ਰਹੇ ਹਾਂ, ਆਪਣੇ ਕੰਮਾਂ ਕਾਰਾਂ 'ਚ ਰੁੱਝੇ ਹਾਂ, ਨਾ ਪਰਮੇਸ਼ਵਰ ਦਾ ਕੋਈ ਧਿਆਨ ਹੈ, ਭੁੱਲ ਜਾਂਦੇ ਹਾਂ ਕਿ ਅਸੀਂ ਵਿਸ਼ਵਾਸੀ ਹੈ ਕਿ ਨਹੀਂ ਹੈ, ਫਿਰ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ, ਹੈ ਨਾ, ਔਰ ਜਿੰਨਾ ਮਰਜ਼ੀ ਆਪਣੇ ਆਪ ਨੂੰ ਪ੍ਰਭੂ ਵੀ ਕਹੋ, ਮੈਂ ਪ੍ਰਭੂ ਦੇ ਲੋਕ ਹਾਂ, ਮੈਂ ਪ੍ਰਭੂ ਦਾ ਬੱਚਾ, ਪ੍ਰਭੂ ਦੀ ਬੱਚੀ ਹਾਂ, ਜਿੰਨਾ ਮਰਜ਼ੀ ਪ੍ਰਭੂ ਉਹਨੂੰ ਕਹੀ ਜਾਓ, ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਦਾ ਫਲ ਦਿਖਾਈ ਨਹੀਂ ਦੇਗਾ ਔਰ ਉਹ ਫਲ ਲੱਗੇਗਾ ਨਹੀਂ। ਔਰ ਫਿਰ ਕੀ ਹੋਏਗਾ, ਇਸ ਗੱਲ ਦਾ ਡਰ ਹੋਣਾ ਚਾਹੀਦਾ ਕਿ ਇੱਕ ਸਮਾਂ ਆਏਗਾ ਜਦੋਂ ਅਸੀਂ ਉਸ ਵੇਲ ਦੇ ਨਾਲੋਂ ਟੁੱਟ ਜਾਵਾਂਗੇ। ਔਰ ਜੇ ਟੁੱਟ ਜਾਵਾਂਗੇ, ਜਦੋਂ ਟੁੱਟ ਗਏ, ਅਤੇ ਫਿਰ ਹਸ਼ਰ ਕੀ ਹੈ, ਉਹ ਅਗਲੇ ਪਾਸੇ ਇਸ ਜਗ੍ਹਾ 'ਤੇ ਅਸੀਂ ਪੜ੍ਹਿਆ, ਇਸ ਜਗ੍ਹਾ 'ਤੇ ਲਿਖਿਆ, ਲੋਕ ਉਹਨਾਂ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਝੋਕਦੇ ਹਨ ਅਤੇ ਸਾੜੀਆਂ ਜਾਂਦੀਆਂ। ਬਹੁਤ ਬੁਰਾ ਹਸ਼ਰ। ਪਰਮੇਸ਼ਵਰ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ, ਔਰ ਪਰਮੇਸ਼ਵਰ ਦੇ ਨਾਲ ਨਾਂ ਦੇ ਜੁੜੇ ਰਹਿ ਕੇ ਵੀ ਕੁਝ ਨਹੀਂ ਕਰ ਸਕਦੇ। ਜੇ ਜੁੜਨਾ ਹੈ ਅਤੇ ਚੰਗੀ ਤਰ੍ਹਾਂ ਜੁੜ ਕੇ ਹੀ ਪਰਮੇਸ਼ਵਰ ਤੋਂ ਅਸੀਂ ਬਰਕਤ ਪਾ ਸਕਦੇ ਹਾਂ, ਹੈ ਨਾ, ਪਰਮੇਸ਼ਵਰ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਪਾ ਸਕਦੇ ਹਾਂ, ਔਰ ਉਸ ਬੇਲ ਤੋਂ ਸਾਨੂੰ ਕੀ ਹੈ, ਖੁਰਾਕ ਮਿਲਦੀ ਰਹੇਗੀ, ਪਰਮੇਸ਼ਵਰ ਸਾਡੀ ਮਦਦ ਕਰਦਾ ਰਹੇਗਾ। ਜਿਹੜੀ ਟਹਿਣੀ ਹੁੰਦੀ ਹੈ ਨਾ, ਆਪਣੇ ਆਪ ਉਹਦੇ 'ਚ ਆਪਣੀ ਕੋਈ ਜ਼ਿੰਦਗੀ ਨਹੀਂ ਹੈ, ਇੱਕ ਗੱਲ ਦਾ ਧਿਆਨ ਰੱਖਿਓ, ਉਹਦੇ 'ਚ ਆਪਣੀ ਕੋਈ ਜਾਨ ਨਹੀਂ ਹੈ। ਟਹਿਣੀ ਦੇ ਵਿੱਚ ਜਾਨ ਨਹੀਂ ਹੈ, ਜਾਨ ਵੇਲ ਦੇ ਵਿੱਚ ਹੈ। ਔਰ ਜੇ ਟਹਿਣੀ ਵੇਲ ਦੇ ਨਾਲ ਜੁੜੀ ਹੈ ਅਤੇ ਉਸ ਵੇਲ ਦੇ ਰਾਹੀਂ ਜਿਹੜੀ ਜਾਨ ਹੈ ਉਹ ਟਹਿਣੀ 'ਚ ਵੀ ਹੈ। ਔਰ ਜੇ ਉਹ ਟਹਿਣੀ ਵੇਲ ਦੇ ਨਾਲੋਂ ਟੁੱਟ ਜਾਂਦੀ ਹੈ ਜਾਂ ਉਖੜ ਜਾਂਦੀ ਹੈ, ਥੋੜ੍ਹੀ ਬਹੁਤ ਜੁੜੀ ਹੈ, ਅਤੇ ਟਹਿਣੀ ਦੇ ਵਿੱਚੋਂ ਜਾਨ ਖਤਮ ਹੋ ਜਾਂਦੀ, ਤਾਂ ਹੀ ਟਹਿਣੀ ਸੁੱਕ ਜਾਂਦੀ ਹੈ। ਯਿਸੂ ਮਸੀਹ ਦੇ ਨਾਲ ਜੇ ਅਸੀਂ ਜੁੜੇ ਹਾਂ ਅਤੇ ਪੂਰੀ ਤਰ੍ਹਾਂ ਜੁੜੇ ਰਹਿ ਕੇ ਹੀ ਸਾਡਾ ਫਾਇਦਾ। ਨਾਂ ਦੇ ਜੁੜ ਕੇ ਕੋਈ ਫਾਇਦਾ ਨਹੀਂ, ਸਿਰਫ ਨਾਮ ਦੇ ਜੇ ਜੁੜੇ ਹਾਂ ਕੋਈ ਫਾਇਦਾ ਨਹੀਂ। ਆਪਣੇ ਲਈ ਵੀ ਮੁਸੀਬਤ ਖੜੀ ਕਰਾਂਗੇ ਔਰ ਪ੍ਰਭੂ ਦੇ ਨਾਮ ਨੂੰ ਵੀ ਬਦਨਾਮੀ ਦੇਵਾਂਗੇ। ਬਹੁਤ ਲੋਕਾਂ ਨੂੰ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਨੇ। ਸ਼ਰਮ ਆਉਂਦੀ ਹੈ
ਅਸੀਂ ਵੀ ਜਦੋਂ ਉਹਨਾਂ ਨੂੰ ਵੇਖਦੇ ਹਾਂ ਤਾਂ ਸ਼ਰਮ ਆਉਂਦੀ ਵੇਖ ਕੇ ਕਿ ਇਹ ਲੋਕ ਆਪਣੇ ਆਪ ਨੂੰ ਮਸੀਹ ਕਹਿੰਦੇ ਨੇ। ਔਰ ਪਰਮੇਸ਼ਵਰ ਦੇ ਲਈ ਉਹ ਇੱਕ ਬਦਨਾਮੀ ਦਾ ਕਾਰਨ ਹੈ। ਐਸੀ ਟਹਿਣੀ ਪਰਮੇਸ਼ਵਰ ਪਸੰਦ ਨਹੀਂ ਕਰਦਾ। ਉਹ ਬਿਨਾਂ ਸ਼ੱਕ ਉਹਨਾਂ ਨੂੰ ਪਤਾ ਜਾਂ ਨਹੀਂ ਹੈ, ਪਰ ਉਹ ਅਸਲ 'ਚ ਉਸ ਵੇਲ ਦੇ ਨਾਲ ਜੁੜੇ ਨਹੀਂ ਹੈ। ਪਰਮੇਸ਼ਵਰ ਨਹੀਂ ਉਹਨਾਂ ਨੂੰ ਆਪਣੇ ਨਾਲ ਜੁੜੇ ਹੋਏ ਸਮਝਦਾ, ਕਿਉਂਕਿ ਪਰਮੇਸ਼ਵਰ ਉਹਨਾਂ ਦਾ ਹਸ਼ਰ ਜਾਣਦਾ ਕਿ ਇੱਕ ਟਾਈਮ ਆਉਣ ਵਾਲਾ ਜਦੋਂ ਇਹਨਾਂ ਨੂੰ ਵੱਢ ਕੇ ਸੁੱਟ ਦਿੱਤਾ ਜਾਏਗਾ। ਔਰ ਇਸੇ ਕਰਕੇ ਬੜੇ ਧਿਆਨ ਨਾਲ ਸੁਣੋ, ਇਸੇ ਕਰਕੇ ਐਸੀਆਂ ਟਹਿਣੀਆਂ ਬਾਰੇ, ਐਸੇ ਲੋਕਾਂ ਬਾਰੇ ਹੀ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਅੰਤ ਦੇ ਸਮੇਂ 'ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ। ਤੁਸੀਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਮੇਰੀਆਂ ਟਹਿਣੀਆਂ ਕਹਿੰਦੇ ਰਹੇ, ਪਰ ਤੁਸੀਂ ਤਾਂ ਕਦੀ ਮੇਰੇ ਨਾਲ ਜੁੜੇ ਹੀ ਨਹੀਂ ਸੀ, ਇਸ ਕਰਕੇ ਮੈਂ ਤੁਹਾਨੂੰ ਨਹੀਂ ਜਾਣਦਾ। ਅਤੇ ਕੀ ਹੋਏਗਾ? ਉਹਨਾਂ ਨੂੰ ਪਰਮੇਸ਼ਵਰ ਕਹਿੰਦਾ ਜਦੋਂ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਤਾਂ ਤੁਹਾਡਾ ਹਸ਼ਰ ਕੀ ਹੈ, ਤੁਹਾਡਾ ਅੰਤ ਕਿੱਥੇ ਹੈ? ਨਰਕ ਦੇ ਵਿੱਚ, ਜਿੱਥੇ ਤੁਸੀਂ ਸਾੜੇ ਜਾਓਗੇ। ਐਸੀਆਂ ਟਹਿਣੀਆਂ ਉੱਥੇ ਹੀ ਸਾੜੀਆਂ ਜਾਣਗੀਆਂ। ਔਰ ਇਸ ਸੰਸਾਰ 'ਚ ਰਹਿੰਦਿਆਂ ਵੀ ਐਸੀਆਂ ਟਹਿਣੀਆਂ ਨੂੰ ਕੋਈ ਫਲ ਨਹੀਂ ਪਰਮੇਸ਼ਵਰ ਵੱਲੋਂ, ਹੈ ਨਾ। ਬਿਨਾਂ ਸ਼ੱਕ ਤੁਸੀਂ ਜਿੰਨਾ ਮਰਜ਼ੀ ਯਿਸੂ ਮਸੀਹ ਕਰੋ, ਜਿੰਨਾ ਮਰਜ਼ੀ ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ ਕਰੋ, ਹੈ ਨਾ, ਜੇ ਉਸ ਟਹਿਣੀ ਦੇ ਨਾਲ ਜੁੜੇ ਨਹੀਂ ਆ ਔਰ ਫਲ ਨਜ਼ਰ ਨਹੀਂ ਆਉਂਦਾ ਤੇ ਫਿਰ ਕੀ ਹੈ? ਪਰਮੇਸ਼ਵਰ ਕਹਿੰਦਾ ਤੁਸੀਂ ਕਾਹਦੇ ਲਈ ਜੇ? ਸਾੜੇ ਜਾਣ ਲਈ। ਉਹ ਸਮਾਂ ਆਏਗਾ ਜਦੋਂ ਸਾੜੇ ਜਾਣਗੇ। ਸੋ ਫਿਰ ਅੱਗੇ 7 ਆਇਤ ਕੀ ਕਹਿੰਦੀ ਹੈ? ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। ਕਿੰਨਾ ਸਾਫ਼ ਸਪਸ਼ਟ ਪਰਮੇਸ਼ਵਰ ਦਾ ਵਚਨ ਇਸ ਜਗ੍ਹਾ 'ਤੇ ਦੱਸਦਾ। ਪ੍ਰਭੂ ਕੀ ਕਹਿੰਦਾ ਹੈ? ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਕੀ ਲਿਖਿਆ? ਇੱਕ ਚੀਜ਼ ਮੰਗੋ, ਦੋ ਚੀਜ਼ ਮੰਗੋ, ਥੋੜ੍ਹਾ ਮੰਗੋ, ਬਹੁਤਾ ਮੰਗੋ। ਕੀ ਲਿਖਿਆ? ਤਾਂ ਜੋ ਚਾਹੋ ਮੰਗੋ। ਹੁਣ ਸਾਡੇ ਮਨ ਦੀ ਇੱਛਾ ਕੀ ਹੈ? ਕੀ ਅਸੀਂ ਚਾਹੁੰਦੇ ਪਰਮੇਸ਼ਵਰ ਦੇ ਕੋਲੋਂ? ਆਪਣੀ ਬਿਮਾਰੀ ਤੋਂ ਚੰਗਾਈ ਚਾਹੁੰਦੇ, ਜ਼ਿੰਦਗੀ 'ਚ ਤਰੱਕੀ ਚਾਹੁੰਦੇ ਹਾਂ, ਪੈਸਾ ਚਾਹੁੰਦੇ ਹਾਂ। ਔਰ ਬਹੁਤ ਸਾਰੇ ਲੋਕ ਨੇ ਮੇਰੇ ਭੈਣ ਭਾਈ, ਪਰਮੇਸ਼ਵਰ ਉਹਨਾਂ ਨੂੰ ਬਰਕਤ ਦੇਵੇ, ਜਿਨ੍ਹਾਂ ਦੀ ਹਮੇਸ਼ਾ ਇਹ ਮੰਗ ਹੁੰਦੀ ਕਿ ਅਸੀਂ ਪਰਮੇਸ਼ਵਰ 'ਚ ਵਧਣਾ ਚਾਹੁੰਦੇ, ਹੈ ਨਾ। ਬੁੱਧ ਚਾਹੁੰਦੇ ਜੇ, ਕੀ ਚਾਹੁੰਦੇ ਜੇ? ਕੀ ਲਿਖਿਆ ਹੈ? ਜੇ ਉਹਦੇ ਨਾਲ ਜੁੜੇ ਹੈ ਤੇ ਫਿਰ ਕੀ ਲਿਖਿਆ? ਜੋ ਚਾਹੋ ਮੰਗੋ ਤੇ ਉਹ ਤੁਹਾਡੇ ਲਈ ਕੀ ਹੈ? ਹੋ ਜਾਵੇ। ਉਹਦੇ ਤੋਂ ਵੱਖਰੇ ਹੋ ਕੇ ਨਹੀਂ ਹੋ ਜਾਏਗਾ। ਜੇ ਉਹਦੇ ਨਾਲ ਜੁੜੇ ਹਾਂ ਤੇ ਜੋ ਚਾਹੋ ਮੰਗੋ ਹੋ ਜਾਏਗਾ। ਹੁਣ ਅਸੀਂ ਆਪਣੀ ਜ਼ਿੰਦਗੀ ਨੂੰ ਜਾਂਚਣਾ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹਾਂ ਕਿ ਨਹੀਂ ਜੁੜੇ ਹਾਂ। ਧਿਆਨ ਨਾਲ ਸੁਣੀਏ। ਕਈਆਂ ਨੂੰ ਲੱਗਦਾ ਹੋਏਗਾ ਕਿ ਜੁੜੇ, ਹੈ ਨਾ। ਕਈਆਂ ਨੂੰ ਬਹੁਤ ਇਸ ਗੱਲ ਦਾ ਆਪਣੇ ਆਪ 'ਚ ਘਮੰਡ ਵੀ ਸ਼ਾਇਦ ਹੋਵੇ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹਾਂ, ਕਿਉਂਕਿ ਅਸੀਂ ਬਹੁਤ ਜ਼ਿਆਦਾ ਹਾਲੇਲੂਇਆ ਹਾਲੇਲੂਇਆ ਕਰਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਬਾਈਬਲ ਪੜ੍ਹਦੇ ਹਾਂ, ਹੈ ਨਾ, 24 ਘੰਟੇ ਪ੍ਰਚਾਰ ਸੁਣਦੇ ਹਾਂ। ਉਹਨਾਂ ਨੂੰ ਲੱਗਦਾ ਹੋਏਗਾ ਕਿ ਉਹ ਕੀ ਹੈ? ਪਰਮੇਸ਼ਵਰ ਦੇ ਨਾਲ ਜੁੜੇ ਨੇ। ਪਰ ਇਹ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ, ਜੁੜੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੜੀ ਪ੍ਰਾਰਥਨਾ ਕਰਦੇ ਜੇ। ਉਸ ਵੇਲ ਦੇ ਨਾਲ ਜੁੜੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਦਾਨ ਔਰ ਦਸਵੰਧ ਦਿੰਦੇ ਜੇ। ਉਸ ਵੇਲ ਦੇ ਨਾਲ ਜੁੜੇ ਹੋਏ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਬਹੁਤ ਵਚਨ ਪੜ੍ਹਦੇ ਜੇ, ਤੁਹਾਨੂੰ ਬੜੀਆਂ ਆਇਤਾਂ ਮੂੰਹ ਜ਼ਬਾਨੀ ਯਾਦ ਨੇ, ਜ਼ਬੂਰ ਯਾਦ ਨੇ, ਗੀਤ ਯਾਦ ਨੇ। ਜਦੋਂ ਫਰੀਸੀ ਤੇ ਮਸੂਲੀਆ ਪ੍ਰਾਰਥਨਾ ਕਰਨ ਲਈ ਆਏ ਤੇ ਜਿਹੜਾ ਫਰੀਸੀ ਸੀ ਉਹਨੇ ਸਭ ਕੁਝ ਦੱਸਿਆ। ਉਹ ਕਹਿੰਦਾ ਵੀ ਮੇਰੇ ਕੋਲ ਬਹੁਤ ਕੁਝ ਹੈ, ਮੈਂ ਤਾਂ ਪਰਮੇਸ਼ਵਰ ਨਾਲ ਬਹੁਤ ਜੁੜਿਆ, ਹੈ ਨਾ। ਮੈਂ ਤਾਂ ਵਰਤ ਵੀ ਰੱਖਦਾ, ਦਾਨ ਦਸਵੰਧ ਵੀ ਦਿੰਦਾ, ਔਰ ਪਰਮੇਸ਼ਵਰ ਦੇ ਵਚਨ ਨੂੰ ਵੀ ਜਾਣਦਾ। ਸਾਰੀਆਂ ਚੀਜ਼ਾਂ ਉਹਨੇ ਦੱਸੀਆਂ ਕਿ ਮੈਂ ਕੀ ਆ, ਮੈਂ ਤਾਂ ਬੜੀ ਵਧੀਆ ਟਹਿਣੀ ਹੈ ਜਿਹੜੀ ਵੇਲ ਦੇ ਨਾਲ ਜੁੜੀ ਹਾਂ, ਔਰ ਮੇਰੀ ਜ਼ਿੰਦਗੀ 'ਚ ਸਾਰਾ ਕੁਝ ਚੰਗਾ ਹੈ। ਪਰ ਪਰਮੇਸ਼ਵਰ ਦੀ ਦ੍ਰਿਸ਼ਟੀ 'ਚ ਕੀ ਸੀ? ਉਹ ਕਦੇ ਜੁੜਿਆ ਹੋਇਆ ਹੈ ਹੀ ਨਹੀਂ ਸੀ, ਹੈ ਨਾ। ਉਹ ਆਪਣੀ ਦ੍ਰਿਸ਼ਟੀ 'ਚ ਉਹਨੂੰ ਲੱਗਦਾ ਸੀ ਕਿ ਮੈਂ ਪਰਮੇਸ਼ਵਰ ਦੇ ਨਾਲ ਬੜਾ ਜੁੜਿਆ, ਆਪਣੀ ਨਜ਼ਰ 'ਚੋਂ ਬੜਾ ਚੰਗਾ ਸੀ। ਪਰ ਪਰਮੇਸ਼ਵਰ ਕੀ ਕਹਿੰਦਾ ਹੈ ਕਿ ਉਹ ਕੀ ਆ? ਉਸ ਜਗ੍ਹਾ ਤੋਂ ਧਰਮੀ ਠਹਿਰ ਕੇ ਨਹੀਂ ਗਿਆ। ਸੋ ਅਸੀਂ ਆਪਣੇ ਆਪ ਨੂੰ ਜਾਂਚਣਾ ਹੈ ਔਰ ਦੇਖਣਾ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹਾਂ ਕਿ ਨਹੀਂ। ਅਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਔਰ ਕੀ ਕਹਿੰਦਾ ਪਰਮੇਸ਼ਵਰ ਦਾ ਵਚਨ? ਜੇ ਜੁੜੇ ਹਾਂ, ਉਹ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਰਹੋ, ਮੇਰੇ ਨਾਲ ਜੁੜੇ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ। ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀ 'ਚੋਂ ਦਿਖਾਈ ਦੇਵੇ, ਅਸੀਂ ਉਹਦੇ ਵਚਨ 'ਤੇ ਅਮਲ ਕਰੀਏ, ਉਹਦਾ ਡਰ ਰੱਖੀਏ, ਤਾਂ ਫਿਰ ਕੀ ਹੈ? ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਤਾਂ ਜੋ ਚਾਹੋ ਮੰਗੋ ਤੇ ਤੁਹਾਡੇ ਲਈ ਕੀ ਆ? ਸਾਰੀਆਂ ਇੱਛਾਵਾਂ ਪਰਮੇਸ਼ਵਰ ਪੂਰਾ ਕਰਨ ਲਈ ਤਿਆਰ ਹੈ। ਪਰਮੇਸ਼ਵਰ ਇਸ ਧਰਤੀ ਆਕਾਸ਼ ਦਾ ਮਾਲਕ ਹੈ। ਜੋ ਤੁਹਾਨੂੰ ਚਾਹੀਦਾ ਉਹਨੇ ਕਿਸੇ ਕੋਲ ਮੰਗ ਕੇ ਨਹੀਂ ਦੇਣਾ, ਉਹਨੇ ਕਿਸੇ ਕੋਲ ਪੁੱਛ ਕੇ ਨਹੀਂ ਦੇਣਾ, ਉਹਨੇ ਕਿਤੋਂ ਲੱਭਣ ਨਹੀਂ ਜਾਣਾ, ਹੈ ਨਾ। ਉਹ ਮਾਲਕ ਹੈ, ਸਭ ਕੁਝ ਉਸੇ ਦਾ ਹੀ ਹੈ, ਚੰਗਾਈ ਉਹਦੇ ਕੋਲ ਹੈ ਨਾ। ਸਾਰੀ ਦੁਨੀਆ ਦਾ ਧਨ ਦੌਲਤ ਉਸ ਦਾ ਹੈ। ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਆਪਣੇ ਘਰ ਵਾਸਤੇ, ਜਦੋਂ ਅਸੀਂ ਕਿਸੇ ਲਈ ਪ੍ਰਾਰਥਨਾ ਕਰਦੇ ਤੇ ਪਰਮੇਸ਼ਵਰ ਨੂੰ ਇਹੀ ਕਹਿੰਦੇ ਕਿ ਪਰਮੇਸ਼ਵਰ ਸਾਰੀ ਜ਼ਮੀਨ ਤੇ ਤੇਰੀ ਹੈ, ਸਾਡੇ ਲਈ ਵੀ ਕੋਈ ਟੁਕੜਾ ਤੂੰ ਜ਼ਰੂਰ ਰੱਖਿਆ ਹੀ ਹੈ ਨਾ। ਸਾਰੀ ਜ਼ਮੀਨ ਇਹ ਧਰਤੀ ਤੇ ਮਾਲਕ ਤੇ ਪਰਮੇਸ਼ਵਰ ਹੀ ਹੈ। ਭਾਵੇਂ ਇੱਥੇ ਲੋਕ ਜਿੰਨੇ ਮਰਜ਼ੀ ਕਿੱਲਿਆਂ ਦੇ ਮਾਲਕ ਬਣ ਜਾਣ ਜਾਂ ਜਿੰਨੇ ਵੱਡੇ ਵੱਡੇ ਮਹਿਲ ਬਣਾ ਲੈਣ, ਪਰ ਅਸਲ ਮਾਲਕ ਤੇ ਪਰਮੇਸ਼ਵਰ ਹੀ ਹੈ।
ਸੋ ਅਸੀਂ ਜਦੋਂ ਪ੍ਰਾਰਥਨਾ ਕਰਦੇ ਤੁਹਾਨੂੰ ਇਹੀ ਕਹਿੰਦਾ ਪਰਮੇਸ਼ਰ ਮਾਲਕ ਤੇ ਤੂੰ ਹੀ ਹੈ, ਤੇ ਆਪਣੀ ਇੰਨੀ ਵੱਡੀ ਜ਼ਮੀਨ ਚੋਂ ਤੂੰ ਇਹ ਸਾਰੀ ਧਰਤੀ ਦਾ ਮਾਲਕ ਹੈ, ਸਾਰੀ ਜ਼ਮੀਨ ਤੇਰੀ ਹੈ, ਇੰਨੀ ਵੱਡੀ ਜ਼ਮੀਨ ਚੋਂ ਸਾਨੂੰ ਵੀ ਥੋੜ੍ਹੀ ਜਿਹੀ ਦੇ ਦੇ ਕਿਸੇ ਪਾਸੇ। ਸੋ ਹਮੇਸ਼ਾ ਇਸ ਚੀਜ਼ ਨੂੰ ਪਰਮੇਸ਼ਰ ਦੇ ਸਾਹਮਣੇ ਰੱਖਣਾ ਕਿ ਪਰਮੇਸ਼ਰ ਮਾਲਕ ਤੇ ਤੂੰ ਹੀ ਹੈ। ਜੇ ਮੈਨੂੰ ਚੰਗਾਈ ਚਾਹੀਦੀ ਹੈ ਤੇ ਮੇਰੇ ਸਰੀਰ ਨੂੰ ਰਚਿਆ ਤੇ ਤੂੰ ਹੀ ਹੈ, ਇਹਦੇ ਵਿੱਚ ਕੀ ਪਰੇਸ਼ਾਨੀ ਹੈ, ਕੀ ਤੰਗੀ ਹੈ, ਔਰ ਕਿਸ ਤਰ੍ਹਾਂ ਠੀਕ ਹੋਣਾ, ਕਿਹੜਾ ਮੇਰਾ ਅੰਗ ਜਿਹੜਾ ਗੜਬੜ ਹੈ ਮੇਰੇ ਸਰੀਰ ਦੇ ਵਿੱਚ ਹੈ ਨਾ, ਉਹ ਮੈਂ ਕਿੱਥੋਂ ਲੈਣ ਜਾਣਾ। ਮਾਲਕ ਤੇ ਤੂੰ ਹੀ ਹੈ, ਤੇ ਮੈਂ ਤੇ ਆਪਣੇ ਆਪ ਨੂੰ ਹੀ ਤੈਨੂੰ ਦਿੱਤਾ, ਮੇਰਾ ਵੀ ਤੇ ਮਾਲਕ ਤੂੰ ਹੀ ਹੈ, ਤੇ ਉਸ ਅੰਗ ਨੂੰ ਤੂੰ ਬਦਲ ਦੇ, ਹੈ ਨਾ। ਤੂੰ ਪਰਮੇਸ਼ਰ ਇਸ ਦੇਹ ਨੂੰ ਰਚਣ ਵਾਲਾ ਹੈ। ਜੇ ਮੇਰੀ ਅਕਲ ਕੰਮ ਨਹੀਂ ਕਰਦੀ, ਬੁੱਧ ਕੰਮ ਨਹੀਂ ਕਰਦੀ, ਤੇ ਮੇਰੀ ਬੁੱਧ ਨੂੰ ਬਦਲ ਦੇ, ਹੈ ਨਾ। ਜੇ ਮੇਰਾ ਸੋਚ ਵਿਚਾਰ ਮਾੜਾ ਹੈ ਤੇ ਮੇਰੇ ਸੋਚ ਵਿਚਾਰ ਨੂੰ ਬਦਲ ਦੇ, ਪਰ ਇੱਛਾ ਹੋਣੀ ਚਾਹੀਦੀ। ਜੇ ਮੇਰੀ ਜ਼ਿੰਦਗੀ 'ਚ ਨਸ਼ਾ ਹੈ, ਤੂੰ ਮੇਰੀ ਜ਼ਿੰਦਗੀ 'ਚੋਂ ਨਸ਼ੇ ਨੂੰ ਦੂਰ ਕਰ ਦੇ। ਜਿਹੜਾ ਮੇਰਾ ਮਨ ਨਸ਼ੇ ਵੱਲ ਭੱਜਦਾ ਹੈ, ਸੋਚਦਾ ਹੈ, ਉਸ ਮਨ ਨੂੰ ਵੀ ਤੂੰ ਹੀ ਬਣਾਇਆ ਹੈ, ਤੇ ਮੇਰੇ ਮਨ ਨੂੰ ਬਦਲ ਦੇ, ਹੈ ਨਾ। ਜੇ ਮੇਰੇ ਅੰਦਰ ਕ੍ਰੋਧ ਹੈ, ਗੁੱਸਾ ਹੈ, ਉਹ ਵੀ ਤਾਂ ਤੂੰ ਹੀ ਦੂਰ ਕਰ ਸਕਦਾ ਹੈ। ਸੋ ਪਰਮੇਸ਼ਵਰ ਮਾਲਕ ਹੈ, ਜਿਹੜੀ ਵੀ ਜ਼ਰੂਰਤ ਹੈ ਉਹ ਪਰਮੇਸ਼ਵਰ ਦੇ ਸਾਹਮਣੇ ਰੱਖੀ ਹੈ। ਅਤੇ ਜਦੋਂ ਪਰਮੇਸ਼ਵਰ ਕਹਿੰਦਾ ਹੈ ਕਿ ਜੇ ਅਸੀਂ ਜੁੜੇ ਹਾਂ, ਉਹਦੀਆਂ ਗੱਲਾਂ 'ਤੇ ਅਮਲ ਕਰਦੇ ਹਾਂ, ਉਹਦਾ ਡਰ ਰੱਖਦੇ ਹਾਂ, ਉਹਦੇ ਵੱਲ ਧਿਆਨ ਰੱਖਦੇ ਹਾਂ, ਫਿਰ ਕੀ ਹੈ, ਜੋ ਚਾਹੋ ਮੰਗੋ ਤੇ ਤੁਹਾਡੇ ਲਈ ਕੀ ਹੈ, ਹੋ ਜਾਏਗਾ। ਪਰਮੇਸ਼ਵਰ ਸਭ ਕੁਝ ਕਰਨ ਲਈ ਤਿਆਰ ਹੈ, ਔਰ ਪਰਮੇਸ਼ਵਰ ਆਪਣੇ ਸਮੇਂ 'ਤੇ ਕਰਦਾ ਹੈ। ਬੜੇ ਧਿਆਨ ਨਾਲ ਇਸ ਗੱਲ ਨੂੰ ਸੁਣੀਏ, ਉਹਦਾ ਇੱਕ ਸਮਾਂ ਹੈ। ਅਸੀਂ ਉਤਾਵਲੇ ਰਹੇ ਹਾਂ ਅਤੇ ਹਮੇਸ਼ਾ ਉਤਾਵਲੇ ਹੀ ਰਵਾਂਗੇ, ਪਰ ਪਰਮੇਸ਼ਵਰ ਉਤਾਵਲੀ ਨਹੀਂ ਕਰਦਾ। ਉਹਦਾ ਆਪਣਾ ਸਮਾਂ, ਉਹ ਆਪਣੇ ਸਮੇਂ ਦੇ ਹਿਸਾਬ ਨਾਲ ਕੰਮ ਕਰਦਾ। ਸੋ ਇਸ ਕਰਕੇ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੀਏ। ਆਖਰੀ ਆਇਤ ਕਹਿੰਦੀ, ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ, ਔਰ ਇੰਜ ਤੁਸੀਂ ਕੀ ਹੋਵੋਗੇ, ਮੇਰੇ ਚੇਲੇ ਹੋਵੋਗੇ। ਸਾਡੀ ਜ਼ਿੰਦਗੀ 'ਚ ਜੇ ਸਾਡੀ ਜ਼ਿੰਦਗੀ 'ਚ ਚੰਗੇ ਗੁਣ ਨਜ਼ਰ ਆਉਣਗੇ, ਦੋ ਚੀਜ਼ਾਂ ਨੇ। ਇੱਕ, ਜੇ ਚੰਗੇ ਗੁਣ ਨਜ਼ਰ ਆਉਣਗੇ, ਪਰਮੇਸ਼ਵਰ ਦਾ ਡਰ ਨਜ਼ਰ ਆਏਗਾ, ਹੈ ਨਾ। ਪਰਮੇਸ਼ਵਰ ਨੂੰ ਅਸੀਂ ਹਰ ਗੱਲ ਦੇ ਵਿੱਚ ਪਹਿਲ ਦੇਵਾਂਗੇ, ਆਪਣੇ ਪੈਸੇ 'ਚੋਂ, ਆਪਣੇ ਦਸਵੰਧਾਂ ਨਾਲ ਪਹਿਲ ਦੇਵਾਂਗੇ, ਹੈ ਨਾ। ਆਪਣੇ ਕੰਮਾਂ 'ਚ ਪਹਿਲ ਦੇਵਾਂਗੇ, ਆਪਣੇ ਫੈਸਲਿਆਂ 'ਚ ਪਹਿਲ ਦੇਵਾਂਗੇ। ਇੱਕ ਉਸ ਚੀਜ਼ ਤੋਂ ਨਜ਼ਰ ਆਏਗਾ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹਾਂ। ਔਰ ਦੂਸਰਾ, ਸਾਡੀਆਂ ਬਰਕਤਾਂ ਤੋਂ ਨਜ਼ਰ ਆਏਗਾ ਕਿ ਅਸੀਂ ਪਰਮੇਸ਼ਵਰ ਨਾਲ ਜੁੜੇ ਹਾਂ। ਪਰਮੇਸ਼ਵਰ ਜ਼ਰੂਰ ਸਾਨੂੰ ਵਧਾਉਂਦਾ ਹੈ, ਤਰੱਕੀ ਦਿੰਦਾ ਹੈ, ਔਰ ਉਹਦੇ ਤੋਂ ਸਾਡੀ ਜ਼ਿੰਦਗੀ ਨਜ਼ਰ ਆਉਂਦੀ ਹੈ। ਉਹਦੇ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ, ਔਰ ਪਰਮੇਸ਼ਵਰ ਨੇ ਸਾਨੂੰ ਬਰਕਤ ਦਿੱਤੀ ਹੈ। ਸੋ ਵਿਚਾਰ ਕਰਨ ਦੀ ਲੋੜ ਹੈ, ਔਰ ਇਸ ਗੱਲ ਨੂੰ ਚਿੱਥਣ ਦੀ ਲੋੜ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹਾਂ ਕਿ ਨਹੀਂ ਜੁੜੇ, ਕਿ ਵੈਸੇ ਹੀ ਲੱਗਦਾ ਹੀ ਹੈ ਕਿ ਜੁੜੇ ਹਾਂ। ਬਹੁਤ ਸਾਰੇ ਮਸੀਹ ਨੇ ਜਿਹੜੇ ਨਾਮ ਦੇ ਮਸੀਹ ਨੇ। ਸੋ ਆਪਣੇ ਆਪ ਨੂੰ ਜਾਂਚੀਏ, ਪਰਖੀਏ, ਔਰ ਜੇ ਨਹੀਂ ਹੈ, ਪਰਮੇਸ਼ਵਰ ਦੇ ਨਾਲ ਜੁੜੇ ਹੋਏ ਨਹੀਂ ਲੱਗਦਾ, ਆਪਣੀ ਜ਼ਿੰਦਗੀ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜੇ ਗੱਲਾਂ ਗੈਰ ਵਿਸ਼ਵਾਸੀਆਂ ਵਾਲੀਆਂ, ਸੋਚ ਗੈਰ ਵਿਸ਼ਵਾਸੀਆਂ ਵਾਲੀ ਹੈ, ਕਮਾਈ ਕਰਦੇ ਉਹਦੇ 'ਚੋਂ ਪਰਮੇਸ਼ਵਰ ਲਈ ਕੁਝ ਦੇਣ ਲਈ ਤਿਆਰ ਨਹੀਂ, ਹੈ ਨਾ। ਪਰਮੇਸ਼ਵਰ ਦੇ ਕੰਮ ਲਈ, ਪਰਮੇਸ਼ਵਰ ਦੀ ਸੇਵਾ ਲਈ ਸਭ ਕੁਝ ਅਸੀਂ ਸੋਚਦੇ ਹਾਂ ਆਪਣੇ ਲਈ ਕਰ ਲਈਏ, ਅਤੇ ਇਹ ਚੀਜ਼ਾਂ ਐਸੀ ਟਹਿਣੀ ਦੀਆਂ ਨਿਸ਼ਾਨੀਆਂ ਨਹੀਂ ਹੈ ਜਿਹੜੀ ਵੇਲ ਦੇ ਨਾਲ ਜੁੜੀ ਹੈ। ਜਿਹੜੀ ਟਹਿਣੀ ਵੇਲ ਦੇ ਨਾਲ ਜੁੜੀ ਹੈ, ਇੱਕ ਬੜੇ ਧਿਆਨ ਨਾਲ ਸੁਣੀਏ, ਜਿਹੜੀ ਟਹਿਣੀ ਵੇਲ ਦੇ ਨਾਲ ਜੁੜੀ ਹੈ, ਉਸ ਟਹਿਣੀ ਨੂੰ ਵੇਲ ਤੋਂ ਖੁਰਾਕ ਮਿਲਦੀ ਹੈ। ਉਸ ਟਹਿਣੀ 'ਤੇ ਫਲ ਤਾਂ ਲੱਗਦਾ ਹੈ ਜਦੋਂ ਉਹਨੂੰ ਵੇਲ ਦੇ ਨਾਲੋਂ ਖੁਰਾਕ ਪਹੁੰਚਦੀ ਹੈ, ਤਾਂ ਉਹ ਟਹਿਣੀ ਹਰੀ ਹੈ ਅਤੇ ਤਾਂ ਉਹ ਫਲ ਦਿੰਦੀ ਹੈ। ਔਰ ਦੂਸਰੇ ਪਾਸੇ ਉਸ ਟਹਿਣੀ ਦਾ ਫਰਜ਼ ਕੀ ਬਣਦਾ ਹੈ ਕਿ ਉਸ ਵੇਲ ਦੇ ਲਈ ਫਲ ਪੈਦਾ ਕਰੇ। ਜਿਹੜਾ ਟਹਿਣੀ ਦੇ ਉੱਤੇ ਫਲ ਲੱਗਦਾ ਹੈ ਨਾ, ਤੁਸੀਂ ਕਿਸੇ ਟਹਿਣੀ ਦਾ ਫਲ ਨਹੀਂ ਕਹਿੰਦੇ। ਜੇ ਅੰਗੂਰ ਦੀ ਵੇਲ ਨੂੰ ਫਲ ਲੱਗਾ ਅਤੇ ਵੇਲ ਦੇ ਨਾਲ ਜਿਹੜੀ ਟਹਿਣੀ ਹੈ, ਤੁਸੀਂ ਟਹਿਣੀ ਦਾ ਫਲ ਨਹੀਂ ਕਹੋਗੇ, ਤੁਸੀਂ ਕਹੋਗੇ ਉਸ ਅੰਗੂਰ ਦੀ ਵੇਲ ਦਾ ਫਲ ਹੈ, ਅੰਗੂਰ ਹੈ। ਸੋ ਜੋ ਪਰਮੇਸ਼ਰ, ਜਦੋਂ ਅਸੀਂ ਟਹਿਣੀ ਦੇ ਨਾਲ ਜੁੜੇ ਹਾਂ ਅਤੇ ਜਦੋਂ ਉਹ ਸਾਡੀਆਂ ਜ਼ਿੰਦਗੀਆਂ 'ਚ ਬਰਕਤ ਦਿੰਦਾ ਹੈ, ਸਾਨੂੰ ਵਧਾਉਂਦਾ ਹੈ ਨਾ, ਸਾਨੂੰ ਸੰਭਾਲਦਾ ਹੈ, ਅਤੇ ਅਸੀਂ ਉਹਦੇ ਤੋਂ ਸਾਨੂੰ ਜਿਹੜੀ ਖੁਰਾਕ ਮਿਲ ਰਹੀ, ਜਿਹਦੇ ਕਰਕੇ ਅਸੀਂ ਹਿੰਮਤ ਹੈ ਸਾਡੇ ਵਿੱਚ, ਬੁੱਧ ਹੈ ਸਾਡੇ ਕੋਲ, ਜਿਹਦੇ ਨਾਲ ਅਸੀਂ ਆਪਣੀ ਮਿਹਨਤ ਕਰਦੇ ਹਾਂ, ਸਰੀਰ 'ਚ ਤਾਕਤ ਹੈ, ਜਦੋਂ ਉਹ ਖੁਰਾਕ ਸਾਨੂੰ ਟਹਿਣੀ ਨਾਲ, ਉਸ ਵੇਲ ਨਾਲੋਂ ਮਿਲ ਰਹੀ ਹੈ, ਅਤੇ ਫਿਰ ਟਹਿਣੀ ਦਾ ਕੀ ਫਰਜ਼ ਹੈ, ਉਸ ਵੇਲ ਦੇ ਲਈ ਫਲ ਪੈਦਾ ਕਰਨਾ। ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ, ਸਾਡਾ ਫਰਜ਼ ਹੈ ਉਹਦੇ ਵਿੱਚੋਂ ਪਰਮੇਸ਼ਵਰ ਦੇ ਲਈ ਵੀ ਦੇਣਾ, ਹੈ ਨਾ। ਪਰਮੇਸ਼ਵਰ ਦਾ ਧੰਨਵਾਦ ਕਰਨਾ, ਉਹ ਜਿਹੜੀ ਖੁਰਾਕ ਸਾਨੂੰ ਮਿਲ ਰਹੀ, ਜਿਹੜਾ ਉਹਨੇ ਸਾਨੂੰ ਸੰਭਾਲਿਆ ਹੋਇਆ ਹੈ, ਸਾਨੂੰ ਹਿੰਮਤ ਤਾਕਤ ਦਿੱਤੀ ਹੈ, ਬੁੱਧ ਅਕਲ ਦਿੱਤੀ ਹੈ, ਕੰਮ ਕਰਨ ਲਈ ਪਰਮੇਸ਼ਵਰ ਨੇ ਸਾਡੇ ਲਈ ਰਾਹ ਖੋਲ੍ਹੇ ਨੇ, ਉਹਦੇ ਲਈ ਪਰਮੇਸ਼ਵਰ ਦਾ ਧੰਨਵਾਦ ਤੇ ਕਰਨਾ ਸਾਡਾ ਫਰਜ਼ ਬਣਦਾ ਹੈ ਕਿ ਨਹੀਂ ਬਣਦਾ। ਔਰ ਧੰਨਵਾਦ ਸਿਰਫ ਇਸ ਕਰਕੇ ਨਹੀਂ ਗੱਲੀ ਜ਼ਬਾਨੀ ਉੱਠੇ, ਪਰਮੇਸ਼ਵਰ ਤੇਰਾ ਧੰਨਵਾਦ ਹੈ, ਤੂੰ ਬਹੁਤ ਪੈਸਾ ਦਿੱਤਾ, ਬੜੀ ਤਰੱਕੀ ਦਿੱਤੀ। ਧੰਨਵਾਦ ਕਾਹਦੇ ਨਾਲ? ਉਹ ਟਹਿਣੀਆਂ ਫਲ ਦਿੰਦੀਆਂ ਨੇ, ਉਹ ਫਲ ਵੇਲ ਦੇ ਲਈ ਹੈ, ਵੇਲ ਦਾ ਫਲ ਗਿਣਿਆ ਜਾਂਦਾ। ਸੋ ਪਰਮੇਸ਼ਵਰ ਨੂੰ ਮੋੜ ਕੇ ਵੀ ਦੇਣਾ ਸਾਡਾ ਫਰਜ਼ ਬਣਦਾ, ਔਰ ਪਰਮੇਸ਼ਵਰ ਸਾਡੇ ਕੋਲ ਸਾਰਾ ਨਹੀਂ ਮੰਗਦਾ। ਸੋ ਇੱਕ ਸਾਡਾ ਇਹ ਵਿਸ਼ਾ ਨਹੀਂ ਹੈ ਦਸਵੰਧ ਦਾ, ਪਰ ਮੈਂ ਵੈਸੇ ਇਸ ਬਾਰੇ ਗੱਲ ਕਰ ਰਿਹਾ ਕਿ ਜੇ ਵੇਲ ਤੋਂ ਟਹਿਣੀ ਨੂੰ ਕੁਝ ਮਿਲਦਾ, ਅਤੇ ਟਹਿਣੀ ਦਾ ਫਰਜ਼ ਹੈ ਕਿ ਵੇਲ ਦੇ ਲਈ ਫਲ ਪੈਦਾ ਕਰਨਾ ਹੈ, ਵੇਲ ਨੂੰ ਵਾਪਸ ਕੁਝ ਦੇਣਾ ਹੈ,
ਪਰ ਉਹ ਫਲ ਹੈ ਜਿਹੜਾ ਟਹਿਣੀ ਦੇ ਉੱਤੇ ਲੱਗਦਾ ਉਹ ਵੇਲ ਦਾ ਫਲ ਗਿਣਿਆ ਜਾਂਦਾ। ਸੋ ਪਰਮੇਸ਼ਰ ਨੇ ਜੇ ਸਾਡੀ ਜ਼ਿੰਦਗੀ 'ਚ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਕੀ ਹੈ, ਪਰਮੇਸ਼ਰ ਦਾ ਧੰਨਵਾਦ ਕਰਨ ਲਈ, ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਉਸ ਫਲ ਦੇ ਵਿੱਚੋਂ ਪਰਮੇਸ਼ਰ ਲਈ ਦਈਏ। ਦੇਖੀਏ ਪਰਮੇਸ਼ਰ ਆਪਣੇ ਵਚਨ 'ਚ ਸਾਫ਼ ਸਪਸ਼ਟ ਪੈਸੇ ਬਾਰੇ ਬਹੁਤ ਕੁਝ ਕਹਿੰਦਾ ਹੈ। ਹੋ ਸਕਿਆ ਤੇ ਆਉਣ ਵਾਲੇ ਹਫ਼ਤੇ ਅਸੀਂ ਇਸ ਬਾਰੇ ਵੀ ਵਿਚਾਰ ਕਰਾਂਗੇ ਕਿ ਪਰਮੇਸ਼ਰ ਦੀ ਬਾਣੀ ਪੈਸੇ ਬਾਰੇ, ਧਨ ਬਾਰੇ, ਇਹਨਾਂ ਚੀਜ਼ਾਂ ਬਾਰੇ ਕੀ ਕਹਿੰਦੀ ਹੈ। ਪਰ ਪਰਮੇਸ਼ਰ ਦਾ ਵਚਨ ਬਹੁਤ ਕੁਝ ਇਸ ਬਾਰੇ ਕਹਿੰਦਾ ਹੈ। ਸੋ ਜੇ ਪਰਮੇਸ਼ਰ ਸਾਨੂੰ ਦਿੰਦਾ ਹੈ ਤਾਂ ਹਮੇਸ਼ਾ ਉਹਦੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ। ਔਰ ਸ਼ੁਕਰਗੁਜ਼ਾਰ ਸਿਰਫ ਇਸ ਕਰਕੇ ਨਹੀਂ ਕਿ ਅਸੀਂ ਪਰਮੇਸ਼ਰ ਤੋਂ ਸਾਨੂੰ ਪੈਸਾ ਦਿੱਤਾ ਹੈ। ਸ਼ੁਕਰਗੁਜ਼ਾਰੀ ਸਿਰਫ ਜ਼ੁਬਾਨੀ ਨਹੀਂ ਹੁੰਦੀ। ਜੇ ਐਸੀ ਗੱਲ ਹੁੰਦੀ ਪਰਮੇਸ਼ਰ ਦਸਵੰਧ ਦਾ ਨਿਯਮ ਹੀ ਨਾ ਬਣਾਉਂਦਾ, ਦਾਨ ਭੇਟਾਂ ਦਾ ਨਿਯਮ ਹੀ ਪਰਮੇਸ਼ਰ ਨਾ ਬਣਾਉਂਦਾ, ਉਹ ਸ਼ੁਕਰਗੁਜ਼ਾਰੀ ਹੈ ਜਿਹੜੀ ਪਰਮੇਸ਼ਰ ਕਹਿੰਦਾ ਕਿ ਆਪਣੇ ਵਿਹਾਰ ਰਾਹੀਂ ਤੁਸੀਂ ਜ਼ਾਹਰ ਕਰੋ। ਜੇ ਮੈਂ ਤੁਹਾਨੂੰ ਦਿੱਤਾ ਤਾਂ ਤੁਸੀਂ ਵੀ ਦੇ ਕੇ ਜ਼ਾਹਰ ਕਰੋ ਕਿ ਪਰਮੇਸ਼ਰ ਤੇਰਾ ਧੰਨਵਾਦ ਹੈ। ਇਸ ਗੱਲ ਨੂੰ ਅਸੀਂ ਕਬੂਲ ਕਰਦੇ ਹਾਂ, ਮੰਨਦੇ ਹਾਂ ਕਿ ਇਹ ਤੇਰਾ ਹੀ ਦਿੱਤਾ ਹੋਇਆ। ਸੋ ਉਹ ਪਰਮੇਸ਼ਰ ਹਰੇਕ ਆਪਣੇ ਜਿਹੜਾ ਪਰਮੇਸ਼ਰ ਉੱਤੇ ਇਨਸਾਨ ਵਿਸ਼ਵਾਸ ਕਰਦਾ ਹਰੇਕ ਤੋਂ ਚਾਹੁੰਦਾ। ਕਿਉਂ ਚਾਹੁੰਦਾ? ਤਾਂ ਕਿ ਜਦੋਂ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਹੈ ਨਾ, ਜੇ ਉਹਦੇ ਦਿੱਤੇ ਹੋਏ 'ਚੋਂ ਅਸੀਂ ਵਾਪਸ ਉਹਨੂੰ ਕਰਦੇ ਹਾਂ ਤੇ ਪਰਮੇਸ਼ਰ ਉਹਦੇ ਬਦਲੇ ਮੋੜ ਕੇ, ਪਰਮੇਸ਼ਰ ਰੱਖਦਾ ਨਹੀਂ ਹੈ। ਔਰ ਇਹ ਪੈਸੇ ਦੀ ਰੋਟੇਸ਼ਨ ਹੈ। ਰੋਟੇਸ਼ਨ ਸਮਝਦੇ, ਪੈਸਾ ਘੁੰਮਦਾ ਹੈ। ਅਸੀਂ ਪਰਮੇਸ਼ਰ ਨੂੰ ਥੋੜ੍ਹਾ ਦਿੰਦੇ ਹਾਂ ਤੇ ਪਰਮੇਸ਼ਰ ਉਹਨੂੰ ਲੈ ਕੇ ਉਹਦੇ ਵਿੱਚ ਹੋਰ 1000 ਗੁਣਾ ਮਿਲਾ ਕੇ ਕਿਸੇ ਨਾ ਕਿਸੇ ਪਾਸਿਓਂ ਤੁਹਾਨੂੰ ਕੀ ਆ ਵਾਪਸ ਕਰ ਦਿੰਦਾ। ਉਹ ਪੈਸਾ ਉਹਦੇ ਕੋਲ ਰਹਿੰਦਾ ਨਹੀਂ ਹੈ, ਉਹਨੂੰ ਪੈਸੇ ਦੀ ਲੋੜ ਨਹੀਂ ਹੈ। ਪਰ ਜਿਹੜਾ ਉਹਦੇ ਨਾਂ 'ਚ ਅਸੀਂ ਸੇਵਾ ਲਈ ਜਾਂ ਜਿਸ ਤਰ੍ਹਾਂ ਵੀ ਅਸੀਂ ਦਿੱਤਾ ਹੈ, ਪਰਮੇਸ਼ਰ ਕੀ ਆ ਉਹਨੂੰ ਲੈ ਕੇ ਤੁਹਾਡੇ, ਜੇ ਤੁਸੀਂ 10 ਰੁਪਏ ਵੀ ਦਿੱਤੇ, ਪਰਮੇਸ਼ਰ ਉਹ 10 ਵੀ ਲੈ ਕੇ ਉਹਦੇ ਵਿੱਚ ਨਾਲ 1000 ਹੋਰ ਮਿਲਾ ਕੇ ਤੁਹਾਨੂੰ ਵਾਪਸ ਦੇਗਾ। ਕਿਉਂ? ਕਿਉਂਕਿ ਤੁਸੀਂ ਉਹ 10 ਪਰਮੇਸ਼ਰ ਨੂੰ ਇਸ ਕਰਕੇ ਦਿੱਤੇ ਕਿ ਪਰਮੇਸ਼ਰ ਤੇਰਾ ਧੰਨਵਾਦ ਹੈ ਜਿਹੜਾ ਤੂੰ ਮੈਨੂੰ 100 ਦਿੱਤਾ ਸੀ, ਉਹ 'ਚੋਂ ਤੇਰੇ 10 ਨੇ। ਜਿਹੜਾ ਤੂੰ ਮੈਨੂੰ ਹੁਕਮ ਦਿੱਤਾ ਮੈਂ ਤੇਰੇ ਹੁਕਮ ਨੂੰ ਪੂਰਾ ਕੀਤਾ ਔਰ ਤੇਰਾ ਧੰਨਵਾਦ ਕਰਨ ਲਈ ਮੈਂ ਇਹ ਦਿੱਤੇ ਨੇ। ਸੋ ਪਰਮੇਸ਼ਰ ਕੀ ਕਰੇਗਾ? ਉਹਨੂੰ ਲੈ ਕੇ ਉਹਦੇ ਵਿੱਚ ਹੋਰ 1000 ਜੋੜ ਕੇ ਵਾਪਸ ਕਿਸੇ ਨਾ ਕਿਸੇ ਤਰੀਕੇ ਨਾਲ ਕਰੇਗਾ। ਇਸ ਤਰ੍ਹਾਂ ਹੀ ਕੰਮ ਚੱਲਦਾ। ਇਸੇ ਕਰਕੇ ਉਹਨੇ ਕਿਹਾ ਕਿ ਮੈਂ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ ਬਰਕਤ ਦਿਆਂਗਾ। ਜਿੰਨੇ ਤੁਸੀਂ ਦਿੰਦੇ ਜੇ ਉਹਨੂੰ, ਉਨੇ ਹੀ ਨਹੀਂ ਲੈ ਕੇ ਤੁਹਾਨੂੰ ਵਾਪਸ ਦਿੰਦਾ। ਉਹ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ ਉਹਦੇ 'ਚ 1000 ਹੋਰ ਮਿਲਾ ਕੇ ਨਾਲ ਦੇ। ਸੋ ਪਰਮੇਸ਼ਰ ਹੈ ਨਾ ਆਪਣੇ ਵਚਨ 'ਚੋਂ ਹੀ ਸਾਡੇ ਨਾਲ ਇਹੀ ਗੱਲ ਕਰਦਾ ਹੈ ਕਿ ਜੇ ਅਸੀਂ ਵੇਲ ਦੇ ਨਾਲ ਜੁੜੇ ਹਾਂ, ਉਹ ਉਸ ਵੇਲ ਤੋਂ ਸਾਨੂੰ ਖੁਰਾਕ ਮਿਲਦੀ ਹੈ ਅਤੇ ਜਿਹੜਾ ਫਲ ਸਾਨੂੰ ਲੱਗਦਾ, ਸਾਡਾ ਫਰਜ਼ ਬਣਦਾ ਕਿ ਉਸ ਫਲ ਦੇ ਵਿੱਚੋਂ ਟਹਿਣੀ ਨੂੰ ਵੇਲ ਨੂੰ ਵਾਪਸ ਕਰੀਏ। ਉਸ ਵੇਲ ਕਰਕੇ ਹੀ ਸਾਡੀ ਜ਼ਿੰਦਗੀ 'ਚ ਬਰਕਤ ਹੈ, ਉਸ ਵੇਲ ਕਰਕੇ ਹੀ ਅਸੀਂ ਜ਼ਿੰਦਗੀ 'ਚ ਤਰੱਕੀ ਕਰਦੇ ਹਾਂ। ਆਈਏ ਪ੍ਰਾਰਥਨਾ ਕਰਾਂਗੇ। ਪ੍ਰਭੂ ਜੀ ਸ਼ੁਕਰਗੁਜ਼ਾਰ ਹੈ ਸੁੰਦਰ ਸਮੇਂ ਵਾਸਤੇ, ਬਹੁਤ ਧੰਨਵਾਦੀ ਖੁਦਾਵੰਦ ਆਪਣੇ ਵਚਨ 'ਚੋਂ ਆਪ ਨੇ ਜੋ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਧੰਨਵਾਦ ਕਰਦੇ ਹਾਂ ਪ੍ਰਭੂ। ਸੱਚਮੁੱਚ ਆਪ ਤੋਂ ਵੱਖਰੇ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਔਰ ਮੇਰੀ ਪ੍ਰਾਰਥਨਾ ਹੈ ਪ੍ਰਭੂ ਜੀ ਮੇਰੇ ਭੈਣਾਂ ਭਾਈਆਂ ਵਾਸਤੇ ਅਸੀਂ ਸਾਰੇ ਇਸ ਗੱਲ ਨੂੰ ਸਮਝ ਸਕੀਏ। ਔਰ ਪ੍ਰਭੂ ਜੀ ਜੋ ਆਪ ਦਾ ਦਿੱਤਾ ਹੋਇਆ ਸਾਡੀ ਜ਼ਿੰਦਗੀ 'ਚ ਆਪ ਦਿੰਦੇ ਜੇ, ਸਾਨੂੰ ਬਰਕਤ ਦਿੰਦੇ ਜੇ, ਵਧਾਉਂਦੇ ਜੇ ਪਿਆਰੇ ਪਰਮੇਸ਼ਵਰ, ਉਸ ਵਿੱਚੋਂ ਆਪ ਨੂੰ ਵਾਪਸ ਮੋੜ ਕੇ ਅਸੀਂ ਆਪਣਾ ਧੰਨਵਾਦ ਪ੍ਰਗਟ ਕਰ ਸਕੀਏ, ਸ਼ੁਕਰਗੁਜ਼ਾਰੀ ਪ੍ਰਗਟ ਕਰ ਸਕੀਏ ਕਿ ਹੇ ਪਰਮੇਸ਼ਵਰ ਸਭ ਕੁਝ ਤੇਰਾ ਦਿੱਤਾ ਹੋਇਆ। ਪ੍ਰਭੂ ਮਦਦ ਸਹਾਇਤਾ ਕਰੋ। ਜਿਹੜੇ ਦਿੰਦੇ ਨੇ ਪਿਆਰੇ ਪ੍ਰਭੂ ਆਪ ਨੂੰ ਵਾਪਸ ਮੋੜ ਕੇ ਸੇਵਾ ਦੇ ਲਈ ਪਿਆਰੇ ਪਰਮੇਸ਼ਵਰ ਆਪ ਉਹਨਾਂ ਨੂੰ ਬੜੀ ਬਰਕਤ ਦਿਓ। ਔਰ ਜਿਹੜੇ ਨਹੀਂ ਦਿੰਦੇ ਪ੍ਰਭੂ ਜੀ ਮਹਾਨ ਪਰਮੇਸ਼ਵਰ ਆਪ ਉਹਨਾਂ ਨੂੰ ਵੀ ਬਰਕਤ ਦਿਓ, ਉਹਨਾਂ ਨੂੰ ਵੀ ਸੰਭਾਲੋ। ਔਰ ਆਉਣ ਵਾਲੇ ਦਿਨਾਂ 'ਚ ਆਪਣੇ ਵਚਨ ਦੁਆਰਾ ਉਹਨਾਂ ਨੂੰ ਸਮਝ ਬਖਸ਼ੋ ਪਿਆਰੇ ਪ੍ਰਭੂ ਕਿ ਮਹਾਨ ਪਰਮੇਸ਼ਵਰ ਆਪ ਨੂੰ ਦਿੱਤਾ ਹੋਇਆ ਕਦੀ ਵਿਅਰਥ ਨਹੀਂ ਜਾਂਦਾ, ਉਸ ਦੇ ਵਿੱਚ ਆਪ 1000 ਗੁਣਾ ਹੋਰ ਜੋੜ ਕੇ ਸਾਨੂੰ ਵਾਪਸ ਕਰ ਦੇਵੇ। ਪ੍ਰਭੂ ਹਰੇਕ ਦੀ ਆਪ ਸਹਾਇਤਾ ਕਰੋ, ਆਪਣੇ ਲੋਕਾਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰੋ। ਸਭ ਤੋਂ ਵੱਧ ਕੇ ਪ੍ਰਭੂ ਜੀ ਮਹਾਨ ਪਰਮੇਸ਼ਵਰ ਅਸੀਂ ਉਸ ਵੇਲ ਦੇ ਨਾਲ ਜੁੜੇ ਰਹੀਏ ਪ੍ਰਭੂ ਜੀ। ਉਹ ਵੇਲ ਯਿਸੂ ਮਸੀਹ ਹੈ ਔਰ ਉਸ ਤੋਂ ਸਾਨੂੰ ਖੁਰਾਕ ਮਿਲਦੀ, ਉਸ ਤੋਂ ਸਾਨੂੰ ਹਰਿਆਲੀ ਮਿਲਦੀ, ਉਸ ਤੋਂ ਸਾਨੂੰ ਫਲ ਮਿਲਦਾ ਪ੍ਰਭੂ ਜੀ ਮਹਾਨ ਪਰਮੇਸ਼ਵਰ। ਔਰ ਉਹਦੇ ਨਾਲੋਂ ਵੱਖਰੇ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਸਾਡੀ ਮਦਦ ਕਰੋ, ਅਸੀਂ ਇਸ ਗੱਲ ਨੂੰ ਚੇਤੇ ਰੱਖੀਏ। ਪ੍ਰਭੂ ਯਿਸੂ ਦੇ ਨਾਂ 'ਚ ਪ੍ਰਾਰਥਨਾ ਮੰਗਦੇ ਹਾਂ, ਆਮੀਨ। ਸੋ ਪਰਮੇਸ਼ਵਰ ਦਾ ਧੰਨਵਾਦ ਹੈ, ਪਰਮੇਸ਼ਵਰ ਨੇ ਵਚਨ 'ਚੋਂ ਸਾਡੇ ਨਾਲ ਗੱਲਬਾਤ ਕੀਤੀ। ਔਰ ਮੇਰੀ ਬੇਨਤੀ ਹੈ ਫਿਰ ਤੋਂ, ਜੇ ਅੱਜ ਵੀ ਵਚਨ ਦੇ ਵਿੱਚੋਂ ਤੁਹਾਨੂੰ ਕੋਈ ਕਿਸੇ ਗੱਲ ਦੀ ਸਮਝ ਨਹੀਂ ਆਈ, ਤੁਸੀਂ ਚਾਹੁੰਦੇ ਜੇ ਕੋਈ ਗੱਲ ਪੁੱਛਣਾ, ਕੋਈ ਗੱਲ ਦੱਸਣਾ ਚਾਹੁੰਦੇ ਜੇ, ਜਾਂ ਕੋਈ ਸਵਾਲ ਹੈ ਤੁਹਾਡੇ ਮਨ ਦੇ ਵਿੱਚ, ਜ਼ਰੂਰ ਤੁਸੀਂ ਗਰੁੱਪ ਦੇ ਵਿੱਚ ਪਾ ਸਕਦੇ ਜੇ। ਔਰ ਮੈਂ ਪਰਮੇਸ਼ਵਰ ਦੇ ਕੋਲੋਂ ਪੁੱਛ ਕੇ, ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵੇਖ ਕੇ ਤੁਹਾਡੀ ਉਸ ਗੱਲ ਦਾ ਜਵਾਬ ਦਿਆਂਗਾ। ਔਰ ਅੱਜ ਦੇ ਦਿਨ ਜੋ ਵਚਨ ਦੇ ਵਿੱਚੋਂ ਅਸੀਂ ਵੇਖਿਆ ਉਹਨਾਂ ਗੱਲਾਂ 'ਤੇ ਅਮਲ ਕਰੀਏ, ਉਹਨਾਂ ਦਾ ਚੇਤਾ ਰੱਖੀਏ, ਪਰਮੇਸ਼ਵਰ ਦੇ ਵਚਨ ਨੂੰ ਇਹਨੂੰ ਇੱਕ ਵਾਰੀ ਫੇਰ ਪੜ੍ਹੀਏ। ਔਰ ਇਸ ਗੱਲ ਦਾ ਧਿਆਨ ਰੱਖੀਏ ਕਿ ਪਰਮੇਸ਼ਵਰ ਤੋਂ ਵੱਖਰੇ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਪਰਮੇਸ਼ਵਰ ਜਿੰਨਾ ਚਿਰ ਸਾਨੂੰ ਤਰੱਕੀ ਨਾ ਦੇ, ਬੇਈਮਾਨੀਆਂ ਦੇ ਸਹਾਰੇ, ਹੇਰਾਫੇਰੀਆਂ ਦੇ ਸਹਾਰੇ, ਝੂਠ ਦੇ ਸਹਾਰੇ ਕਦੀ ਜ਼ਿੰਦਗੀ 'ਚ ਤਰੱਕੀ ਨਹੀਂ ਕੀਤੀ ਜਾ ਸਕਦੀ। ਔਰ ਨਾ ਉਹਦੇ ਵਿੱਚ ਪਰਮੇਸ਼ਵਰ ਦੀ ਬਰਕਤ ਹੁੰਦੀ ਹੈ ਅਤੇ ਨਾ ਉਹਦੇ 'ਚ ਸਾਨੂੰ ਸੁੱਖ ਹੁੰਦਾ। ਉਹ ਪੈਸਾ, ਐਸਾ ਪੈਸਾ, ਉਹ ਸਾਡੇ ਲਈ ਦੁੱਖ ਪਰੇਸ਼ਾਨੀ ਦੀ ਵਜ੍ਹਾ ਹੁੰਦਾ। ਔਰ ਉਹਦੇ ਨਾਲ ਨਾਲ ਜਦੋਂ ਪਰਮੇਸ਼ਵਰ ਸਾਡੀ ਜ਼ਿੰਦਗੀ 'ਚ ਦਿੰਦਾ ਹੈ, ਦੇ ਰਿਹਾ ਹੈ, ਤੁਹਾਨੂੰ ਹਿੰਮਤ ਦਿੱਤੀ ਹੈ, ਤਾਕਤ ਦਿੱਤੀ ਹੈ, ਬੁੱਧ ਦਿੱਤੀ ਹੈ ਨਾ, ਤੁਸੀਂ ਕੰਮ ਕਰ ਰਹੇ ਜੇ, ਮਿਹਨਤ ਕਰ ਰਹੇ ਜੇ, ਉਹਦੇ ਵਿੱਚ ਪਰਮੇਸ਼ਵਰ ਦਾ ਧਿਆਨ ਰੱਖੀਏ ਕਿ ਪਰਮੇਸ਼ਵਰ ਤੇਰਾ ਦਿੱਤਾ ਹੋਇਆ। ਔਰ ਜੋ ਪਰਮੇਸ਼ਵਰ ਦਾ ਬਣਦਾ ਉਹ ਜ਼ਰੂਰ ਮੋੜ ਕੇ ਉਹਨੂੰ ਦਈਏ, ਤਾਂ ਕਿ ਉਹ ਤੁਹਾਡਾ ਉਹ ਲੈ ਕੇ ਜਿੰਨਾ ਵੀ ਤੁਸੀਂ ਪਰਮੇਸ਼ਵਰ ਨੂੰ ਦਿੰਦੇ ਜੇ, ਉਹਦੇ ਵਿੱਚ 1000 ਗੁਣਾ ਹੋਰ ਮਿਲਾ ਕੇ ਤੁਹਾਨੂੰ ਵਾਪਸ ਕਰੇ, ਹੈ ਨਾ। ਔਰ ਉਹ ਜ਼ਰੂਰ ਕਰਦਾ, ਉਹ ਆਪਣੇ ਵਾਅਦੇ ਦਾ ਪੱਕਾ ਹੈ। ਪਰਮੇਸ਼ਵਰ ਜ਼ਰੂਰ ਸਾਡੇ ਦਿੱਤੇ ਹੋਏ 'ਚ ਮਿਲਾ ਕੇ ਸਾਨੂੰ ਹੋਰ ਵਾਪਸ ਮੋੜਦਾ।
ਸੋ ਇਸ ਕਰਕੇ ਜੇ ਵਧਣਾ ਚਾਹੁੰਦੇ, ਤਰੱਕੀ ਕਰਨਾ ਚਾਹੁੰਦੇ, ਪਰਮੇਸ਼ਵਰ ਦੇ ਇਸ ਨਿਯਮ ਨੂੰ ਜ਼ਰੂਰ ਪੂਰਾ ਕਰਨਾ ਸਾਡਾ ਫਰਜ਼ ਬਣਦਾ ਹੈ। ਪਰਮੇਸ਼ਵਰ ਕੋਲ ਹਿੰਮਤ ਮੰਗੀਏ, ਪਰਮੇਸ਼ਵਰ ਮਦਦ ਕਰੇਗਾ। ਸੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਸਾਡੇ ਪਿਤਾ ਪਰਮੇਸ਼ਵਰ ਦਾ ਪ੍ਰੇਮ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤੀ ਹੁਣ ਤੋਂ ਲੈ ਕੇ ਸਦਾ ਤੀਕ ਸਾਡੇ ਸਾਰਿਆਂ ਨਾਲ ਔਰ ਪਰਮੇਸ਼ਵਰ ਦੇ ਸਭਨਾਂ ਲੋਕਾਂ ਦੇ ਨਾਲ ਬਣੀ ਰਹੇ। ਆਮੀਨ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ।